श्री वाहिगुरु जी। तू सुल्तान कहाँ हूँ मियाँ, तेरी कवन वडाई। जो तू देहें सो कहाँ स्वामी। मैं मूरख कहन न जाई। सतनाम श्री वाहिगुरु साहिब जी। गोंड कूटन सोए जो मन को कूटे, मन कूटे तो जमते छूटे। कुट कुट मन कसवटी लावे, सो कूटन मुकत बहु पावे। कूटन किसै कहु संसार, सगल बोलन के माहे विचार। रहाउ नाचन सोए जो मन स्यों नाचै, झूठ न पतीजै परचै साचै। इस मन आगे पूरे ताल, इस नाचन के मन रखवाल। बजारी सो जो बजारै सोधै, पाँच पलीतै को पर बोधै। नो नायक की भगत पछानै, शोभा जारी हम गुर माने। तस कर सोए जे तात न करे, इंद्री कै जतन नाम उचरै। कहो कबीर हम ऐसे लखन, तन गुरदेव अत रूप विचक्षण। तस कर सोए जे तात न करे, इंद्री कै जतन नाम उचरै। कहो कबीर हम ऐसे लखन, तन गुरदेव अत रूप विचक्षण। वाहिगुरु जी का खालसा, वाहिगुरु जी की फतेह। जागदी जोत शब्द गुरु बाणी के बोहित, राजान राज पानान पान, देवान देव उपमा महान सतगुरु तन तन श्री गुरु ग्रंथ साहब महाराज जी की पावन पवित्र पाक हजूरी विच सवाईमान होए बैठे सत्संगी जनों, बड़े प्यार नाल रबी बाणी का कीर्तन आप जी ने सरवण किया है। आओ भगतां दी बाणी की जो लड़ीवार विचार इस स्थान ते चल रही है, विचार अधीन अज दा पावन शब्द गोंड राग का 10वां शब्द है।
ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜਿਸ ਸ਼ਬਦ ਦੇ ਰਾਹੀਂ ਭਗਤ ਕਬੀਰ ਸਾਹਿਬ ਜੀ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਜਿਹੜੇ ਲਫ਼ਜ਼ ਨੇ ਉਹਨਾਂ ਦੇ ਜਿਹੜੇ ਭਾਵ ਨੇ ਉਹ ਵੱਖੋ ਵੱਖ ਹੋ ਸਕਦੇ ਹਨ। ਜਿਵੇਂ ਮਨੁੱਖ ਦੇ ਕੀਤੇ ਹੋਏ ਕਰਮਾਂ ਕਰਕੇ ਜੋ ਉਹਨਾਂ ਦੇ ਨਾਮ ਪੈਂਦੇ ਹਨ, ਜਿਵੇਂ ਨੱਚਣ ਵਾਲੇ ਨੂੰ ਕੰਜਰੀ, ਠੱਗੀ ਮਾਰਨ ਵਾਲੇ ਨੂੰ ਕੂਟਨ, ਇਸ ਸ਼ਬਦ ਵਿੱਚ ਜੋ ਨਾਮ ਲਏ ਹਨ। ਬਜ਼ਾਰੀ ਭਾਵ ਕਿ ਜਿਹੜੇ ਮਸਕਰੇ ਕਰਦੇ ਸਨ, ਬਾਜ਼ਾਰਾਂ ਵਿੱਚ ਫਿਰਨ ਵਾਲੇ ਜਿਹੜੇ ਸਨ, ਅਤੇ ਜਿਹੜੇ ਤਸਕਰ ਚੋਰ। ਪਰ ਭਗਤ ਜੀ ਕਹਿੰਦੇ ਨੇ ਅਸਲ 'ਚ ਚੋਰ ਕੌਣ ਹੈ, ਬਜ਼ਾਰੀ ਕੌਣ ਹੈ, ਔਰ ਨੱਚਣ ਕੌਣ ਹੈ ਅਤੇ ਕੁੱਟਣ ਕੌਣ ਹੈ। ਤੁਹਾਡੇ ਮੁਤਾਬਿਕ, ਲੋਕਾਂ ਦੇ ਮੁਤਾਬਿਕ ਇਹ ਸਾਰੇ ਜਿਹੜੇ ਅਰਥ ਨੇ ਤੁਹਾਡੇ ਮੁਤਾਬਿਕ ਨੈਗੇਟਿਵ, ਨਕਾਰਾਤਮਕ ਹਨ, ਪਰ ਮੈਂ ਇਹਨਾਂ ਅੱਖਰਾਂ ਨੂੰ ਵੀ ਸਕਾਰਾਤਮਕ ਲੈਂਦਾ ਹਾਂ, ਕਿਉਂਕਿ ਲਫ਼ਜ਼ਾਂ ਦੇ ਵੱਖੋ ਵੱਖਰੇ ਅਰਥ ਭਾਵ ਹੋ ਸਕਦੇ ਹਨ। ਮਨੁੱਖ ਦੀ ਆਪਣੀ ਸੋਚ ਹੈ, ਆਪਣੇ ਵਿਚਾਰ ਹੈ। ਆਓ ਜਿਸ ਤਰ੍ਹਾਂ ਅੱਜ ਦੇ ਪਾਵਨ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਸਾਨੂੰ ਸਮਝਾਉਣਾ ਚਾਹ ਰਹੇ ਹਨ, ਆਓ ਇਸ ਸ਼ਬਦ ਦੇ ਵਿਚਾਰ ਨਾਲ ਜੁੜਾਂਗੇ। ਪਾਵਨ ਅੰਕ 872 ਦੇ ਉੱਤੇ ਇਹ ਸ਼ਬਦ ਦਰਜ ਹੈ। ਸਾਰਿਆਂ ਨੇ ਮਨੋਬਿਰਤੀਆਂ ਇਕਾਗਰ ਕਰਨੀਆਂ। ਪ੍ਰੇਮ ਸਹਿਤ ਗੁਰੂ ਮਹਾਰਾਜ ਜੀ ਨੂੰ ਝੁਕਾਓ ਸੀਸ, ਵਾ ਪਿਆਰ ਵਾ ਸਤਿਕਾਰ, ਅਦਬ ਸਹਿਤ ਗੁਰੂ ਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਸੰਸਾਰ ਵਿੱਚ ਜੋ ਵੀ ਕੋਈ ਕਿਰਤ ਕਰਦਾ ਹੈ, ਕੰਮ ਕਰਦਾ ਹੈ, ਉਹਦੇ ਕੰਮਾਂ ਦੇ ਆਧਾਰ 'ਤੇ ਉਹਦਾ ਨਾਮ ਪੈ ਜਾਂਦਾ ਹੈ। ਅਤੇ ਕਈਆਂ ਦਾ ਜਿਹੜਾ ਪਿਆ ਹੋਇਆ ਉਹ ਨਾਮ ਹੈ, ਹੋ ਸਕਦਾ ਨਾਮ ਉਸਦਾ ਮਾੜਾ ਪਿਆ ਹੋਵੇ ਪਰ ਉਹ ਕੰਮ ਚੰਗਾ ਕਰਦਾ ਹੋਵੇ। ਅਤੇ ਇਹ ਵੀ ਕੋਈ ਜ਼ਰੂਰੀ ਨਹੀਂ ਨਾਮ ਬੜਾ ਚੰਗਾ ਹੋਵੇ ਅਤੇ ਕੰਮ ਚੰਗੇ ਹੋਣ। ਕਈ ਵਾਰੀ ਨਾਮ ਬੜਾ ਚੰਗਾ ਹੁੰਦਾ ਪਰ ਕੰਮ ਬੜੇ ਮਾੜੇ ਹੁੰਦੇ ਨੇ। ਕਿਉਂਕਿ ਅਸੀਂ ਆਮ ਦੇਖਦੇ ਹਾਂ ਕਿ ਕਈਆਂ ਦਾ ਨਾਮ ਬੜਾ ਸੋਹਣਾ ਹੁੰਦਾ ਹੈ, ਪਰ ਉਸਦੇ ਨਾਮ ਨੂੰ ਜਦੋਂ ਅਸੀਂ ਦੇਖਦੇ ਹਾਂ, ਕਰਮ ਨਾਮ ਨਾਲ ਮੈਚ ਨਹੀਂ ਕਰਦੇ, ਮੇਲ ਨਹੀਂ ਕਰਦੇ। ਨਾਮ ਹੁੰਦਾ ਸੱਜਣ ਸਿੰਘ ਅੱਧਾ ਠੱਕ ਹੁੰਦਾ ਹੈ, ਨਾਮ ਹੁੰਦਾ ਹੈ ਫੌਲਾਦ ਸਿੰਘ ਅੱਧਾ ਡਰਕੋਪ ਹੁੰਦਾ ਹੈ। ਜ਼ਰੂਰੀ ਨਹੀਂ ਕਿ ਨਾਮਾਂ ਦੇ ਨਾਲ ਮਨੁੱਖ ਦੇ ਜਿਹੜੇ ਕਰਮ ਨੇ ਉਹ ਆਪਸ ਵਿੱਚ ਮੈਚ ਕਰਨ। ਅੱਜ ਦੇ ਸ਼ਬਦ ਵਿੱਚ ਭਗਤ ਜੀ ਕਹਿਣ ਲੱਗੇ ਕਿ ਜਦੋਂ ਮੈਂ ਸੰਸਾਰ ਦੇ ਲੋਕਾਂ ਦੀ ਸੋਚ ਨੂੰ ਵੇਖਦਾ, ਲੋਕਾਂ ਨੂੰ ਵੇਖਦਾ ਅਤੇ ਆਖਣ ਲੱਗੇ ਕੂਟਨ ਕਿਸੈ ਕਹੋ ਸੰਸਾਰ, ਸਗਲ ਬੋਲਣ ਕੇ ਮਾਹੇ ਵਿਚਾਰ ਰਹਾਓ। ਇੱਥੇ ਕੂਟਨ ਦਾ ਅਰਥ ਹੈ ਠੱਗ। ਕੂਟਨ ਅੱਖਰ ਜਿਹੜਾ ਹੈ ਕੂਟ ਤੋਂ ਬਣਿਆ ਹੈ, ਔਰ ਕੂਟ ਜਿਹੜਾ ਉਹ ਕੂੜ ਤੋਂ ਬਣਿਆ ਹੋਇਆ ਅੱਖਰ ਹੈ। ਪਾਉ ਕੀ ਕੂਟ, ਕੂੜ, ਠੱਗੀ ਮਾਰਨ ਵਾਲਾ, ਫਰੇਬ ਕਰਨ ਵਾਲਾ, ਠੱਗ, ਫਰੇਬੀ। ਇਸ ਨੂੰ ਇੱਕ
ਦੱਲਾ ਵੀ ਨਾਮ ਦਿੱਤਾ ਜਾਂਦਾ, ਬੜਾ ਮਾੜਾ ਨਾਮ ਕਿਹਾ ਜਾਂਦਾ ਹੈ, ਦਲਾਲੀ ਕਰਨ ਵਾਲਾ। ਭਗਤ ਜੀ ਕਹਿੰਦੇ ਪਰ ਤੁਹਾਡੇ ਮੁਤਾਬਿਕ ਸੰਸਾਰ ਦੇ ਵਿੱਚ ਜਿਹੜੇ ਇਹ ਨਾਮ ਨੇ, ਕੂਟਨ ਕਿਸੈ ਕਹੋ ਸੰਸਾਰ, ਹੈ ਜਗਤ ਦੇ ਲੋਕੋ ਤੁਸੀਂ ਕੂਟਨ ਕਿਸ ਨੂੰ ਆਖਦੇ ਹੋ? ਕਿਸ ਮਨੁੱਖ ਨੂੰ ਕਹਿੰਦੇ ਹੋ ਵੀ ਜਿਹਦਾ ਨਾਮ ਪੈ ਗਿਆ? ਵੀ ਜਿਸ ਮਨੁੱਖ ਦਾ ਨਾਮ ਪੈ ਗਿਆ ਹੈ, ਜਾਂ ਤੁਹਾਡੇ ਮੁਤਾਬਿਕ ਜੋ ਲੱਗਦਾ ਤੁਸੀਂ ਮੂੰਹ 'ਚ ਜੋ ਆਇਆ ਕਹਿ ਦਿੱਤਾ ਵੀ ਇਹ ਤੇ ਕੂਟਨ ਹੈ। ਜਿਵੇਂ ਆਮ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਮਨੁੱਖ ਸਿਆਣਾ ਵੀ ਹੋਵੇ ਤੇ ਅਸੀਂ ਕਹਿੰਦੇ ਬੜਾ ਮੂਰਖ ਹੈ, ਭਾਵੇਂ ਸਾਡੇ ਕੋਲ ਸਿਆਣਪ ਨਾ ਹੋਵੇ, ਅਸੀਂ ਮੂਰਖ ਕਹਿ ਦਿੰਦੇ ਹਾਂ। ਅਸੀਂ ਕਈ ਵਾਰੀ ਦੂਜੇ ਨੂੰ ਪਾਗਲ ਕਹਿ ਦਿੰਦੇ ਹਾਂ, ਭਾਵੇਂ ਆਪ ਅਸੀਂ ਪਾਗਲ ਹੋਈਏ, ਪਰ ਸਹਿਜ ਸੁਭਾਅ ਲਫ਼ਜ਼ ਅਸੀਂ ਕਹਿ ਦਿੰਦੇ ਹਾਂ। ਕਿਉਂ ਕਈ ਵਾਰੀ ਸਾਨੂੰ ਇਹਨਾਂ ਲਫ਼ਜ਼ਾਂ ਦੀ ਵਿਆਖਿਆ ਨਹੀਂ ਪਤਾ ਹੁੰਦੀ ਵੀ ਆਪਾਂ ਜਿਹਨੂੰ ਪਾਗਲ ਕਹਿ ਰਹੇ ਹਾਂ, ਅਸਲ ਮਾਨੇ ਵਿੱਚ ਪਾਗਲ ਦੀ ਵਿਆਖਿਆ ਹੈ ਕੀ? ਬਸ ਕਹਿ ਦਿੱਤਾ, ਜ਼ੁਬਾਨ 'ਚ ਆਇਆ ਕਹਿ ਦਿੱਤਾ ਪਾਗਲ ਹੈ, ਆਖ ਦਿੱਤਾ ਇਹ ਜਿਹੜਾ ਮਨੁੱਖ ਹੈ ਇਹ ਮੂਰਖ ਹੈ। ਇਸ ਕਰਕੇ ਭਗਤ ਜੀ ਕਹਿੰਦੇ ਹੇ ਜਗਤ ਦੇ ਲੋਕੋ ਤੁਸੀਂ ਕੂਟਨ ਕਿਸ ਨੂੰ ਆਖਦੇ ਹੋ? ਅਸਲ ਵਿੱਚ ਗੱਲ ਇਹ ਹੈ, ਸਗਲ ਬੋਲਣ ਕੇ ਮਾਹੇ ਵਿਚਾਰ, ਸਭ ਲਫ਼ਜ਼ਾਂ ਦੇ ਵੱਖੋ ਵੱਖਰੇ ਭਾਵ ਹੋ ਸਕਦੇ ਹਨ। ਜਿਹੜਾ ਬੋਲਦੇ ਆ ਨਾ ਅਸੀਂ, ਵੱਖੋ ਵੱਖਰੇ ਭਾਵ, ਤੁਸੀਂ ਆਪਣੇ ਵੱਖਰੇ ਲਹਿਜੇ ਨਾਲ ਉਸ ਅੱਖਰ ਨੂੰ ਵੇਖਦੇ ਹੋ, ਉਸ ਨਾਮ ਨੂੰ ਵੇਖਦੇ ਹੋ, ਅਤੇ ਮੈਂ ਉਸ ਨਾਮ ਨੂੰ ਵੱਖਰੇ ਢੰਗ ਨਾਲ ਲੈਂਦਾ ਹਾਂ। ਤੁਸੀਂ ਵੱਖਰੇ ਢੰਗ ਨਾਲ ਕਹਿੰਦੇ ਹੋ। ਦੇਖੋ ਨਾ, ਕਬੀਰ ਸਾਹਿਬ ਨੇ ਇੱਥੇ ਤੱਕ ਕਿਹਾ, ਕਬੀਰ ਲੂਟ ਨਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਹੁਣ ਲੁਟੇਰਾ ਕਿਹਨੂੰ ਕਹੋਗੇ? ਲਫ਼ਜ਼ ਤਾਂ ਚੰਗਾ ਨਹੀਂ ਹੈ, ਪਰ ਉਹਨਾਂ ਨੇ ਵਰਤਿਆ ਕਿਸ ਪਰਥਾਏ ਹੈ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਓਗੇ, ਪ੍ਰਾਣ ਜਾਏਂਗੇ ਛੂਟ। ਬਾਅਦ 'ਚ ਪਛਤਾਵਾ ਕਰਨਾ ਪਏਗਾ। ਹੁਣ ਜੋ ਲੁੱਟਣ ਦਾ ਸਮਾਂ ਲੁੱਟ ਲਓ। ਪਰ ਉਹਨਾਂ ਨੇ ਲੁੱਟਣ ਵਾਲਾ ਕਿਹਨੂੰ ਕਿਹਾ? ਨਾਮ ਨੂੰ ਲੁੱਟਣ ਵਾਲਾ, ਸ਼ੁਭ ਗੁਣਾਂ ਨੂੰ ਲੁੱਟਣ ਵਾਲਾ। ਸੰਸਾਰ ਦੀਆਂ ਵਸਤੂਆਂ ਨੂੰ ਲੁੱਟਣ ਦੀ ਗੱਲ ਨਹੀਂ ਕੀਤੀ। ਇਸ ਕਰਕੇ ਭਗਤ ਜੀ ਕਹਿੰਦੇ ਨੇ ਸਭ ਲਫ਼ਜ਼ਾਂ ਦੇ ਵੱਖੋ ਵੱਖਰੇ ਭਾਵ ਇਹ ਸੰਸਾਰ ਦੇ ਲੋਕੋ ਹੋ ਸਕਦੇ ਹਨ। ਅਸਲ ਵਿੱਚ ਮੇਰੇ ਮੁਤਾਬਿਕ ਜਦੋਂ ਪੁੱਛਣਾ ਚਾਹੋ, ਕੂਟਨ ਸੋਏ ਜੋ ਮਨ ਕੋ ਕੂਟੈ, ਤੁਸੀਂ ਕੂਟਨ ਠੱਗ ਨੂੰ ਆਖਦੇ ਹੋ, ਜਿਹੜਾ ਠੱਗੀ ਕਰਦਾ ਹੈ, ਫਰੇਬੀ ਹੈ, ਕੂੜ ਦੇ ਨਾਲ ਜੁੜਿਆ ਹੋਇਆ ਹੈ, ਉਹਨੂੰ ਤੁਸੀਂ ਕੂਟਨ ਕਹਿੰਦੇ ਹੋ। ਕਿਉਂਕਿ ਭਗਤ ਕਬੀਰ ਸਾਹਿਬ ਜੀ ਬਨਾਰਸ ਵਿੱਚ ਵਿਚਰਦੇ ਸਨ। ਇਸ ਕਰਕੇ ਭਾਸ਼ਾ ਦੇ ਵਿੱਚ ਅਸੀਂ ਦੇਖਦੇ ਹਾਂ ਅਲੱਗ ਅਲੱਗ ਇਲਾਕਿਆਂ ਦੇ ਅੰਦਰ ਕਿਸੇ ਗੱਲ ਨੂੰ ਦਰਸਾਉਣ ਵਾਸਤੇ ਅਲੱਗ ਅਲੱਗ ਬੋਲ ਹੁੰਦੇ ਹਨ। ਕਿਉਂਕਿ ਜਿਹੜੀ ਬੋਲ ਬਾਣੀ ਹੈ ਨਾ, ਵਿਦਵਾਨ ਕਹਿੰਦੇ ਨੇ ਕੋਸ ਕੋਸ ਪਰ ਬਦਲੇ ਪਾਣੀ, ਚਾਰ ਕੋਸ ਪਲ ਬਦਲੇ ਬਾਣੀ। ਕੋਹ ਤੇ ਜਾ ਕੇ ਪਾਣੀ ਚੇਂਜ ਹੋ ਜਾਂਦਾ, ਤਾਸੀਰ ਚੇਂਜ ਹੋ ਜਾਂਦੀ ਹੈ, ਅਤੇ ਚਾਰ ਕੋਹ ਤੋਂ ਜਾ ਕੇ ਬਾਣੀ ਅਤੇ ਬਾਣੀ ਦੇ ਲਫ਼ਜ਼ ਚੇਂਜ ਹੋ ਜਾਂਦੇ। ਕਿਸੇ ਇਲਾਕੇ ਵਿੱਚ ਉਸ ਲਫ਼ਜ਼ ਦਾ ਅਰਥ ਕੁਛ ਹੁੰਦਾ, ਦੂਜੇ ਇਲਾਕੇ ਵਿੱਚ ਕੁਛ ਹੋਰ ਹੁੰਦਾ। ਇੱਕ ਲਫ਼ਜ਼ ਤੋਂ ਦਾਸ ਦੀ ਵਿਚਾਰ ਚੱਲ ਰਹੀ ਸੀ ਥਾਈਲੈਂਡ ਗੁਰਮੁਖਾਂ ਨਾਲ। ਕਹਿੰਦੇ ਜਿਹੜਾ ਲਫ਼ਜ਼ ਗੁਰੂ ਤੇਗ ਬਹਾਦਰ ਮਹਾਰਾਜ ਦਾ, ਉਹ ਸਾਡੇ ਇਲਾਕੇ ਵਿੱਚ ਉਚਾਰਨ ਹੋਇਆ ਲੱਗਦਾ ਹੈ। ਕਿਉਂਕਿ ਜਦੋਂ ਅਸੀਂ ਬਾਣੀ ਦੇ ਕੰਸੈਪਟ ਨੂੰ ਸਾਹਮਣੇ ਰੱਖ ਕੇ, ਵਿਚਾਰ ਨੂੰ ਸਾਹਮਣੇ ਰੱਖ ਕੇ, ਬਾਣੀ ਦਾ ਵਿਸ਼ਾ ਸਾਹਮਣੇ ਰੱਖ ਕੇ ਗੱਲ ਕਰਦੇ ਹਾਂ, ਅਤੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਮੁਤਾਬਿਕ ਤਾਂ ਠੀਕ ਨੇ, ਪਰ ਜਿਹੜੇ ਲੋਕ ਉਸ ਦਾ ਭਾਵ ਅਰਥ ਸਮਝਦੇ ਉਹਨਾਂ ਦੇ ਮੁਤਾਬਿਕ ਉਹ ਉਹਨਾਂ ਨੂੰ ਪੂਰੀਆਂ ਨਹੀਂ ਉਤਰਦੀਆਂ, ਜਾਂ ਮੈਂ ਕਲਮਾ ਹਜ਼ਮ ਨਹੀਂ ਹੁੰਦੀਆਂ ਗੱਲਾਂ। ਜਿਵੇਂ ਇਹ ਸ਼ਬਦ ਹੈ, ਕਾਹੇ ਰੇ ਬਨ ਖੋਜਨ ਜਾਹੀ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਊਹਬ ਮਦ ਜੋ ਵਾਸ ਵਸਤ ਹੈ, ਮੁੱਕਰ ਮਾਏ ਜੈਸੇ ਛਾਈ। ਅਸੀਂ ਜਦੋਂ ਅਰਥ ਕਰਦੇ ਹਾਂ ਤੇ ਮੁੱਕਰ ਕਹਿੰਦੇ ਨੇ ਸੀਸੇ ਨੂੰ, ਛਾਈ ਦਾ ਅਰਥ ਕਹਿੰਦੇ ਪਰਛਾਵੇਂ ਨੂੰ, ਪਰ ਥਾਈਲੈਂਡ ਵਾਲੇ ਕਹਿੰਦੇ ਮੁੱਕਰ ਦਾ ਅਰਥ ਹੈ ਲੱਕੜ, ਛਾਈ ਦਾ ਅਰਥ ਹੈ ਅੱਗ।
ਸਾਡੇ ਮੁਤਾਬਿਕ ਅਰਥ ਕੁਛ ਨੇ, ਉਹਨਾਂ ਦੇ ਮੁਤਾਬਿਕ ਅਰਥ ਕੁਛ ਹੋਰ ਨੇ। ਸਾਡੇ ਮੁਤਾਬਿਕ ਜਦੋਂ ਦੁੱਧ ਵਿੱਚ ਚਮੇਲੀ ਮਿਲਾਈ ਤੇ ਅਸੀਂ ਚਮੇਲੀ ਦਾ ਫੁੱਲ ਸਮਝਦੇ ਹਾਂ, ਤੇ ਜਦੋਂ ਤੁਸੀਂ ਅਰਬੀ ਵਿੱਚ ਜਾਓਗੇ ਚਮੇਲੀ ਸ਼ੱਕਰ ਨੂੰ ਕਹਿੰਦੇ, ਖੰਡ ਨੂੰ ਕਹਿੰਦੇ। ਅਰਥ ਬਦਲ ਗਏ। ਸਾਡੇ ਮੁਤਾਬਿਕ ਚਮੇਲੀ ਦਾ ਫੁੱਲ ਹੈ, ਅਸੀਂ ਵਿਆਖਿਆ ਇਹ ਕਰਦੇ ਹਾਂ। ਪਰ ਜਦੋਂ ਮੁਸਲਮਾਨ ਵੀਰ ਵਿਆਖਿਆ ਸੁਣਦੇ ਉਹ ਕਹਿੰਦੇ ਵਿਆਖਿਆ ਇਹ ਨਹੀਂ ਹੈ। ਸੋ ਜਿਹੜੇ ਲਫ਼ਜ਼ ਨੇ ਉਹ ਇਲਾਕੇ ਦੇ ਮੁਤਾਬਿਕ, ਵੈਸੇ ਵੀ ਬਹੁਤ ਨਜ਼ਦੀਕ ਨੇ ਜਿਹੜੇ ਥਾਈ ਲੋਕ ਇਸ ਦੇ ਅਰਥ ਕਰਦੇ ਨੇ ਕਿ ਪੂਹਬ ਮਦ ਜੋ ਵਸਤ ਹੈ, ਮੁਕਰ ਮਾਹੀ ਜੈਸੀ ਸਾਈ। ਜਿਵੇਂ ਫੁੱਲ ਦੇ ਅੰਦਰ ਸੁਗੰਧੀ ਹੈ, ਲੱਕੜ ਦੇ ਅੰਦਰ ਅੱਗ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਵੀ ਹੈ, ਸਗਲ ਬਨਸਪਤ ਮੈਂ ਵੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਨੀ, ਘਟ ਘਟ ਮਾਧੋ ਜੀਆ। ਉਹ ਕਹਿੰਦੇ ਸਾਰੀ ਲੱਕੜਾਂ ਵਿੱਚ ਅੱਗ ਹੁੰਦੀ। ਤੇ ਉੱਥੇ ਜੋ ਅਸੀਂ ਜਦੋਂ ਉਹਦੀ ਗੱਲ ਕਰਦੇ ਹਾਂ ਤਾਂ ਆਪਾਂ ਸ਼ੀਸ਼ੇ ਦੀ ਗੱਲ ਕਰਦੇ ਹਾਂ। ਸ਼ੀਸ਼ੇ ਅਕਸ ਹਰ ਵੇਲੇ ਥੋੜ੍ਹੀ ਹੁੰਦਾ, ਸਾਹਮਣੇ ਜਾਓ ਤਾਂ ਹੀ ਹੁੰਦਾ, ਪਰ ਲੱਕੜ ਵਿੱਚ ਹਰ ਵੇਲੇ ਅੱਗ ਹੁੰਦੀ ਹੈ। ਇਹ ਗੱਲ ਵੱਖਰੀ ਦਿਖਾਈ ਨਹੀਂ ਦਿੰਦੀ। ਸੋ ਕਈ ਵਾਰੀ ਜਿਹੜੇ ਲਫ਼ਜ਼ ਨੇ, ਸ਼ਬਦ ਨੇ, ਜਦੋਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ ਵੱਖ ਵੱਖ ਬੋਲੀਆਂ ਵਿੱਚ, ਤੇ ਉਸਦੇ ਅਰਥ ਵੱਖੋ ਵੱਖਰੇ ਹੋ ਸਕਦੇ। ਸਗੋਂ ਉੱਥੇ ਜਦੋਂ ਮੈਂ ਕਥਾ ਕਰਾਂਗਾ ਤਾਂ ਲੋਕਾਂ ਨੇ ਇਹ ਵੀ ਕਿਹਾ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਇਲਾਕਿਆਂ ਵਿੱਚ ਆਏ, ਕਿਉਂਕਿ ਗੁਰੂ ਸਾਹਿਬ ਜੀ, ਗੁਰੂ ਤੇਗ ਬਹਾਦਰ ਮਹਾਰਾਜ ਆਸਾਮ, ਬਰਮਾ, ਭੂਟਾਨ ਉੱਥੇ ਤੱਕ ਗਏ। ਹੋ ਸਕਦੇ ਕਿਸੇ ਟਾਪੂ ਥਾਈਲੈਂਡ ਦੇ ਵੀ ਗਏ ਹੋਣ ਅਤੇ ਉੱਥੇ ਦੀ ਭਾਸ਼ਾ ਵਿੱਚ ਇਹ ਲਫ਼ਜ਼ ਉੱਥੇ ਉਚਾਰਨ ਕੀਤਾ ਹੋਵੇ, ਕੋਈ ਵੱਡੀ ਗੱਲ ਨਹੀਂ। ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਵੀ 4 ਸਾਲ ਪੂਰਬ ਵਿੱਚ ਰਹੇ ਨੇ, ਔਰ ਪੂਰੇ 4 ਸਾਲ ਲੋਕਾਂ ਦੇ ਵਾਸਤੇ ਵਿਚਰਦੇ ਰਹੇ, ਲੋਕਾਂ ਨੂੰ ਸੱਚ ਦਾ ਪਾਠ ਪੜ੍ਹਾਉਣ ਵਾਸਤੇ ਵਿਚਰਦੇ ਰਹੇ। ਪੂਰੇ 4 ਸਾਲ ਤੋਂ ਵੱਧ ਦਾ ਸਮਾਂ ਹੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਦਾ। 4 ਸਾਲ ਦੇ ਵਿੱਚ ਇਸਦਾ ਅਰਥ ਇਹ ਤਾਂ ਨਹੀਂ ਵੀ ਸਿਰਫ ਅਸਾਮ 'ਚ ਬੈਠੇ ਰਹੇ ਹੋਣਗੇ ਮਹਾਰਾਜ, ਜਾਂ ਕੇਵਲ ਬਰਮਾ, ਭੂਟਾਨ। 4 ਸਾਲ ਬਹੁਤ ਲੰਬਾ ਸਮਾਂ ਹੁੰਦਾ। ਇਸ ਕਰਕੇ ਜਦੋਂ ਉਹਨਾਂ ਵੀਰਾਂ ਦੀ ਗੱਲਾਂ ਸੁਣੀ ਨੇ, ਜਾਂ ਜਦੋਂ ਉਹਨਾਂ ਵਿੱਚ ਜਾ ਕੇ ਵਿਚਰੋ, ਤੇ ਉਹ ਗੱਲਾਂ ਕਰਦੇ ਵੀ ਗੱਲ ਗਿਆਨੀ ਜੀ ਇਹ ਨਹੀਂ, ਗੱਲ ਤਾਂ ਕੁਛ ਹੋਰ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਜਿਸ ਇਲਾਕੇ 'ਚ ਵਿਚਰ ਰਹੇ ਨੇ, ਉੱਥੇ ਕੂਟਨ ਅੱਖਰ ਜਿਹੜਾ ਹੈ ਉਹ ਠੱਗ ਨੂੰ ਕਹਿੰਦੇ ਨੇ। ਹੋਰ ਇਲਾਕੇ ਵਿੱਚ ਇਸਦਾ ਅਰਥ ਹੋਰ ਵੀ ਕੁਝ ਹੋ ਸਕਦਾ। ਭਗਤ ਜੀ ਕਹਿੰਦੇ ਤੁਸੀਂ ਜਿਹੜਾ ਕੂਟਨ ਨੂੰ ਠੱਗ ਨੂੰ ਆਖਦੇ ਹੋ, ਕਹਿੰਦੇ ਕੂਟਨ ਸੋਏ ਜੋ ਮਨ ਕੋ ਕੂਟੈ, ਪਰ ਮੇਰੇ ਮੁਤਾਬਿਕ ਕੂਟਨ ਉਹ ਹੈ, ਠੱਗ ਉਹ ਹੈ ਜੋ ਆਪਣੇ ਮਨ ਨੂੰ ਕੁੱਟਦਾ ਹੈ। ਮੇਰੇ ਮੁਤਾਬਿਕ ਠੱਗ ਉਹ ਹੈ ਜੇ ਆਪਣੇ ਮਨ ਨੂੰ ਠੱਗਦਾ, ਆਪਣੇ ਮਨ ਨੂੰ ਕੁੱਟਦਾ, ਆਪਣੇ ਮਨ ਨੂੰ ਹਿਰਦਾ, ਆਪਣੇ ਮਨ ਦੇ ਖਿਆਲਾਂ ਨੂੰ ਖੋਹ ਲੈਂਦਾ। ਠੱਗ ਕਿਹਨੂੰ ਕਹਿੰਦੇ ਨੇ? ਜਿਹੜਾ ਕਿਸੇ ਦਾ ਕੋਈ ਠੱਗ ਲਵੇ। ਕਬੀਰ ਸਾਹਿਬ ਕਹਿੰਦੇ ਮੇਰੇ ਮੁਤਾਬਿਕ ਠੱਗ ਉਹ ਹੈ ਜਿਹੜੇ ਆਪਣੇ ਮਾੜੇ ਵਿਚਾਰਾਂ ਨੂੰ ਖੋਹ ਲੈਂਦਾ ਹੈ। ਮੇਰੇ ਵਾਸਤੇ ਤਾਂ ਉਹ ਠੱਗ ਹੈ, ਫਰੇਬੀ ਹੈ। ਤੁਸੀਂ ਕਹਿੰਦੇ ਹੋ ਵੀ ਜਿਹੜਾ ਕਿਸੇ ਦਾ ਧਨ ਖੋਹਦਾ ਹੈ, ਕਿਸੇ ਦੇ ਪਦਾਰਥ ਖੋਹਦਾ ਹੈ, ਪਰ ਮੇਰੇ ਮੁਤਾਬਿਕ ਮੈਂ ਅਰਥ ਇਹ ਕਰਦਾ ਕੂਟਨ ਦੇ ਵੀ ਅਸਲ ਕੂਟਨ ਉਹਨੂੰ ਕਿਹਾ ਜਾ ਸਕਦਾ ਹੈ ਜਿਹੜਾ ਮਨੁੱਖ ਆਪਣੇ ਮਨ ਨੂੰ ਕੁੱਟਦਾ ਹੈ। ਮਨ ਨੂੰ ਕਿਵੇਂ ਕੁੱਟਿਆ ਜਾਏ? ਅਸਲ ਵਿੱਚ ਮਨ ਨੂੰ ਬਾਰ-ਬਾਰ ਗੁਰੂ ਕੀ ਬਾਣੀ ਦੇ ਰਾਹੀਂ ਸਮਝਾਉਣਾ ਹੈ, ਕਿਉਂਕਿ ਮਨ ਜਿਹੜਾ ਹੈ ਨਾ, ਇਸਨੂੰ ਮਹਾਰਾਜ ਬਾਣੀ 'ਚ ਲਿਖਦੇ ਨੇ ਕਿ ਬੜੇ ਸਾਂਭਣ ਵਾਲੀ ਚੀਜ਼ ਹੈ, ਕਿਉਂਕਿ ਮਨ ਛੇਤੀ ਕਰਕੇ ਇਹ ਸਾਡੇ ਲੋਟ ਨਹੀਂ ਆਉਂਦਾ। ਇਸਨੂੰ ਗੁਰਬਾਣੀ ਵਿੱਚ ਇਹ ਵੀ ਲਿਖਿਆ, ਕਹਿੰਦੇ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ। ਮਨ ਨੂੰ ਮਾਰ ਕਹਿੰਦੇ ਖੋਤਾ, ਇਹਦਾ ਭਰੋਸਾ ਕੋਈ ਨਹੀਂ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋਂ ਛੁਟੈ ਜੋ ਉੱਪਰ ਲਾਦਾ। ਖੋਤੇ ਦੇ ਪੈਰ ਦਾ ਰੱਸਾ ਉਦੋਂ ਖੋਲੀਦਾ ਜਦੋਂ ਉੱਪਰ ਕੋਈ ਸਮਾਨ ਲੱਦੀਏ, ਨਹੀਂ ਖੋਤੇ ਦਾ ਭਰੋਸਾ ਕੋਈ ਨਹੀਂ। ਇਸ ਤਰ੍ਹਾਂ ਮਨ ਦਾ ਵੀ ਭਰੋਸਾ ਕੋਈ ਹੈ ਥੋੜ੍ਹੀ ਹੈ। ਹੁਣ ਗੁਰਦੁਆਰੇ ਬੈਠੇ, ਖਿੰਨ ਦੇ ਵਿੱਚ ਅਮਰੀਕਾ ਚਲਾ ਜਾਏਗਾ, ਕਿਸੇ ਵਿਕਾਰ 'ਚ ਚਲਾ ਜਾਏਗਾ, ਕਿਸੇ ਸੋਚ ਵਿੱਚ ਜਾ ਕੇ ਡੁੱਬ ਜਾਏਗਾ। ਇਹੀ ਹੈ ਨਾ ਸਾਡੇ ਹੱਥ ਬੈਠੇ ਗੁਰਦੁਆਰੇ। ਇੱਕ ਖਿੰਨ ਲੱਗਦੀ ਹੈ, ਸਾਰੀ ਦੁਨੀਆ ਘੁੰਮ ਕੇ ਆ ਸਕਦਾ। ਸਭ ਤੋਂ ਤੇਜ਼ ਚੱਲਣ ਵਾਲੀ ਕੋਈ ਚੀਜ਼ ਉਹ ਸਾਡਾ ਮਨ ਹੈ, ਸਾਡੇ ਫੁਰਨੇ ਨੇ, ਸਾਡੇ ਖਿਆਲ ਨੇ। ਕਿਤੇ ਦੀ ਕੋਈ ਚੀਜ਼ ਵੇਖੀ ਹੋਵੇ, ਮੰਨ ਲਓ ਡਿਸਕਵਰੀ ਚੈਨਲ ਦੇਖ ਕੇ ਅਸੀਂ ਗੁਰਦੁਆਰੇ ਆਏ ਹੋਈਏ, ਹੋ ਸਕਦਾ ਗੁਰਦੁਆਰੇ ਬੈਠੇ ਮਨ
ਉੱਥੇ ਚਲਾ ਜਾਏ ਜਿਹੜਾ ਕਿ ਉਹ ਅਸੀਂ ਦਰਸ ਦੇਖ ਕੇ ਆਏ ਹਾਂ। ਹੁਣ ਉਹ ਦਰਸ ਕਿੱਥੇ ਦਾ ਸੀ ਸਾਨੂੰ ਪਤਾ ਵੀ ਨਹੀਂ, ਪਰ ਉੱਥੇ ਜਾ ਸਕਦਾ। ਮਨ ਐਡਾ ਵੇਗ ਹੈ ਮਨ ਦਾ, ਇੰਨੇ ਛੇਤੀ ਨਾਲ ਚੱਲਦਾ ਹੈ। ਸਭ ਤੋਂ ਤੇਜ਼ ਚੱਲਣ ਵਾਲੀ ਦੁਨੀਆ ਦੀ ਚੀਜ਼ ਸਾਡਾ ਮਨ ਹੈ। ਇਸ ਕਰਕੇ ਭਗਤ ਜੀ ਕਹਿੰਦੇ ਜੇ ਕੋਈ ਮੈਂ ਕੁੱਟਣ ਜਿਹੜਾ ਠੱਗ ਉਹਨੂੰ ਸਮਝਦਾ ਹੈ ਜਿਹੜੇ ਆਪਣੇ ਮਨ ਨੂੰ ਕੁੱਟਦਾ ਹੈ, ਆਪਣੇ ਮਨ ਨੂੰ ਕਾਬੂ ਵਿੱਚ ਕਰਦਾ ਹੈ। ਹੁਣ ਜਿਵੇਂ ਕੋਈ ਘੁਮਿਆਰ ਨਾ ਘੜਾ ਬਣਾਉਂਦਾ ਹੈ ਨਾ, ਤੇ ਤੁਸੀਂ ਵੇਖੋ ਧਿਆਨ ਨਾਲ ਕਦੀ, ਉਹ ਜਦੋਂ ਉਸਨੂੰ ਆਕਾਰ ਦਿੰਦਾ ਨਾ, ਇੱਕ ਹੱਥ ਅੰਦਰ ਰੱਖ ਲੈਂਦਾ, ਉੱਪਰੋਂ ਕੁੱਟੀ ਜਾਂਦਾ ਹੈ। ਦੇਖਣ ਵਾਲੇ ਆਖਣਗੇ ਦੇਖੋ ਇਹ ਮਿੱਟੀ ਨੂੰ ਕੁੱਟੀ ਜਾਂਦਾ ਹੈ, ਇਹ ਘੜੇ ਨੂੰ ਕੁੱਟੀ ਜਾਂਦਾ ਹੈ। ਨਹੀਂ, ਉਹ ਕੁੱਟ ਨਹੀਂ ਦੇ, ਉਹਨੂੰ ਸਵਾਰ ਰਿਹਾ ਹੈ। ਇਸ ਤਰ੍ਹਾਂ ਕੁੱਟਣਾ ਮਨ ਨੂੰ ਕੀ ਹੈ? ਮਨ ਨੂੰ ਸਵਾਰਨਾ ਹੈ। ਕਿਵੇਂ ਕੁੱਟਣਾ? ਮਨ ਨੂੰ ਸਵਾਰਨ ਵਾਸਤੇ, ਇੱਕ ਰੂਪ ਦੇਣ ਵਾਸਤੇ। ਜੇ ਉਹ ਮਿੱਟੀ ਨੂੰ ਕੁੱਟੇ ਹੀ ਨਾ ਤਾਂ ਉਹ ਘੜੇ ਦਾ ਰੂਪ ਥੋੜ੍ਹੀ ਦੇ ਸਕਦਾ, ਚੱਪਣੀ ਦਾ ਰੂਪ ਥੋੜ੍ਹੀ ਦੇ ਸਕਦਾ, ਚਾਟੀ ਦਾ ਰੂਪ ਥੋੜ੍ਹੀ ਦੇ ਸਕਦਾ। ਜੇ ਉਹ ਹੱਥ ਅੰਦਰ ਲਾ ਕੇ ਬਾਹਰੋਂ ਕੁੱਟੇ ਹੀ ਨਾ ਉਹਨੂੰ, ਤੇ ਉਹ ਕੋਈ ਰੂਪ ਨਹੀਂ ਦੇ ਸਕਦਾ। ਇਸ ਤਰ੍ਹਾਂ ਮਨ ਨੂੰ ਵੀ ਜੇ ਕੁੱਟੀਏ ਨਾ ਤੇ ਮਨ ਨੂੰ ਵੀ ਕੋਈ ਰੂਪ ਦਿੱਤਾ ਨਹੀਂ ਜਾ ਸਕਦਾ, ਰੱਬ ਦਾ ਰੂਪ ਕੀਤਾ ਨਹੀਂ ਜਾ ਸਕਦਾ। ਇਸ ਕਰਕੇ ਇਸ ਮਨ ਨੂੰ ਕਾਬੂ ਵਿੱਚ ਕਰਨਾ ਹੈ ਔਰ ਬਾਰ-ਬਾਰ ਕੁੱਟਣਾ ਹੈ। ਔਰ ਗੁਰਬਾਣੀ ਦਾ ਸ਼ਬਦ ਇਸ ਮਨ ਨੂੰ ਕੁੱਟਣ ਵਿੱਚ, ਮਨ ਨੂੰ ਕਾਬੂ ਕਰਨ ਵਿੱਚ ਸਾਡੀ ਮਦਦ ਕਰਦਾ। ਜਿਹਨੂੰ ਮਾਰ ਕਹਿੰਦੇ ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਬ੍ਰਹਮ ਕਾਟਿਆ ਜਾਈ। ਤਾਂ ਇਹ ਭਟਕਣਾ ਜੀਵਨ 'ਚੋਂ ਖਤਮ ਹੋ ਜਾਂਦੀ ਜਦੋਂ ਪ੍ਰੇਮ ਦੇ ਅਨਿਆਲੇ ਤੀਰ ਇਸ ਮਨ ਦੇ ਵਿੱਚ ਜਾ ਕੇ ਵੱਜਦੇ ਹਨ, ਤਾਂ ਜੀਵਨ 'ਚ ਕੋਈ ਭਟਕਣਾ ਨਹੀਂ ਰਹਿੰਦੀ। ਇਸ ਕਰਕੇ ਭਗਤ ਜੀ ਸਾਨੂੰ ਇਹ ਵਿਚਾਰ ਸਮਝਾ ਰਹੇ ਹਨ ਕਿ ਮੇਰੇ ਮੁਤਾਬਿਕ ਜਿਹੜਾ ਕੁੱਟਣ ਹੈ, ਠੱਗ ਹੈ, ਉਹ ਤਾਂ ਮਨ ਨੂੰ ਕੁੱਟਣ ਵਾਲਾ ਹੈ। ਫਿਰ ਕਹਿਣ ਲੱਗੇ ਮਨ ਕੂਟੈ ਤੋ ਜਮ ਤੇ ਛੂਟੈ। ਕਹਿੰਦੇ ਜੋ ਮਨੁੱਖ ਆਪਣੇ ਮਨ ਨੂੰ ਕੁੱਟਦਾ ਹੈ, ਪਾਉ ਕਾਬੂ ਵਿੱਚ ਕਰਦਾ ਹੈ, ਮਨ ਨੂੰ ਤਾੜਨਾ ਕਰਦਾ ਹੈ, ਉਹ ਜਮਾਂ ਤੋਂ ਬਚ ਜਾਂਦਾ ਹੈ। ਇਹ ਗੱਲ ਤਾਂ ਯਾਦ ਰੱਖਿਓ, ਜੀਵਨ 'ਚ ਬਾਰ-ਬਾਰ ਆਪਣੇ ਖਿਆਲਾਂ ਨੂੰ, ਆਪਣੇ ਬਣੇ ਵਿਚਾਰਾਂ ਨੂੰ ਤਾੜਨਾ ਕਰਨੀ ਪੈਣੀ ਹੈ। ਆਪਾਂ ਬੱਚਿਆਂ ਨੂੰ ਤੇ ਤਾੜਦੇ ਰਹਿੰਦੇ ਹਾਂ ਘਰ ਵਿੱਚ। ਬੱਚਾ ਉਛਲ ਕੂਦ ਕਰਦਾ ਹੋਵੇ, ਬੱਚਾ ਕੋਈ ਸ਼ੈਤਾਨੀ ਕਰਦਾ ਹੋਵੇ, ਅਸੀਂ ਬਾਰ-ਬਾਰ ਤਾੜਦੇ ਹਾਂ, ਅੱਖਾਂ ਕੱਢਦੇ ਹਾਂ। ਕੋਈ ਰਿਸ਼ਤੇਦਾਰ ਆਇਆ ਹੋਵੇ, ਖਾਸ ਕਰਕੇ ਉਸ ਵੇਲੇ ਅਸੀਂ ਮਾਰਦੇ ਤਾਂ ਨਹੀਂ, ਪਰ ਅੱਖਾਂ ਦੇ ਵਿੱਚ ਅਸੀਂ ਉਹਨੂੰ ਅੱਖਾਂ ਕੱਢ ਕੇ ਵੇਖਦੇ ਹਾਂ, ਤਾੜਦੇ ਹਾਂ। ਬੱਚਾ ਸਮਝ ਜਾਂਦਾ ਵੀ ਹੁਣ ਔਖੇ ਹੋ ਰਹੇ ਨੇ ਕਰਦੇ, ਉਹ ਫਿਰ ਉਹ ਸ਼ਰਾਰਤਾਂ ਤੋਂ ਥੋੜ੍ਹਾ ਬਚ ਜਾਂਦਾ। ਇਸ ਤਰ੍ਹਾਂ ਆਪਣੇ ਮਨ ਨੂੰ ਭਗਤ ਜੀ ਕਹਿੰਦੇ ਨੇ ਜਿਹੜਾ ਮਨੁੱਖ ਕੁੱਟਦਾ, ਪਾਓ ਕਿ ਜਿਹੜਾ ਮਨੁੱਖ ਆਪਣੇ ਮਨ ਨੂੰ ਬਾਰ-ਬਾਰ ਵਰਜਦਾ ਰਹਿੰਦਾ ਹੈ, ਤਾੜਨਾ ਕਰਦਾ ਰਹਿੰਦਾ ਹੈ, ਮਨ ਨੂੰ ਪ੍ਰੇਰਨਾ ਦਿੰਦਾ ਰਹਿੰਦਾ ਹੈ, ਕੀ ਹੁੰਦਾ? ਕਹਿੰਦੇ ਉਹ ਜਮਾਂ ਤੋਂ ਬਚ ਜਾਂਦਾ ਹੈ। ਫਿਰ ਕਹਿਣ ਲੱਗੇ ਕੁੱਟ ਕੁੱਟ ਮਨ ਕਸਵਟੀ ਲਾਵੈ, ਸੋ ਕੂਟਨ ਮੁਕਤ ਭੋ ਪਾਵੈ। ਜੋ ਮਨੁੱਖ ਮੁੜ ਮੁੜ ਮਨ ਨੂੰ ਮਾਰ ਕੇ, ਪਾਉ ਕੁੱਟ ਕੇ, ਫਿਰ ਉਸ ਨੂੰ ਜਾਂਚ ਪੜਤਾਲ ਕਰਦਾ ਰਹਿੰਦਾ, ਬਾਰ-ਬਾਰ ਕੁੱਟ ਕੇ ਜਾਂਚ ਪੜਤਾਲ ਕਰਦਾ ਵੀ ਜੇ ਠੀਕ ਹੋਇਆ ਮਨ ਕਿ ਨਹੀਂ ਹੋਇਆ, ਕਾਬੂ ਵਿੱਚ ਆਇਆ ਕਿ ਨਹੀਂ ਆਇਆ। ਜਾਂਚ ਪੜਤਾਲ ਕਰਨੀ ਨਾ ਆਪਣੇ ਆਪ ਦੀ, ਆਪਣੇ ਆਪ ਨੂੰ ਵਾਚਣਾ ਹੈ, ਆਪਣੇ ਆਪ ਨੂੰ ਵੇਖਣਾ ਹੈ। ਕਿਉਂਕਿ ਸਾਡੇ ਕੋਲ ਜਿਹੜਾ ਮਨ ਹੈ, ਇਸ ਮਨ ਨੂੰ ਬਹੁਤ ਸ਼ਕਤੀਸ਼ਾਲੀ ਵੀ ਕਿਹਾ। ਮਾਰ ਕਹਿੰਦੇ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤਤ ਕੋ ਜੀਓ। ਇਹ ਪੰਜ ਤੱਤਾਂ ਦਾ ਜੀਵ ਹੈ ਮਨ। ਪੰਜ ਤੱਤਾਂ ਦਾ ਜਿਹੜਾ ਪਸਾਰ ਹੈ ਉਸ ਵਿੱਚੋਂ ਉਪਜਦਾ ਹੈ, ਉਸ ਨੂੰ ਦੇਖ ਕੇ ਉਪਜਦਾ ਹੈ। ਇਹ ਸ਼ਕਤੀ ਹੈ, ਇਹ ਸ਼ਿਵ ਹੈ, ਇਹ ਦੇਵਤਾ ਹੈ। ਇਸ ਕਰਕੇ ਮਨ ਜਿਹੜਾ ਹੈ ਉਹ ਮਨ ਨੂੰ ਬਾਰ-ਬਾਰ ਕੁੱਟ ਕੇ, ਬਾਰ-ਬਾਰ ਇਸ ਨੂੰ ਤਾੜਨਾ ਕਰਕੇ ਫਿਰ ਬੰਦਾ ਦੇਖਦਾ ਹੈ ਕਿ ਹੁਣ ਮਨ ਠੀਕ ਹੋ ਗਿਆ। ਬਾਣੀ ਵਿੱਚ ਇਹ ਤਾੜਨਾ ਹੀ ਲਿਖੀ ਹੋਈ ਹੈ ਕਿ ਫਰੀਦਾ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ।
मत सरबंदा थीवें साईं दै दरबार। ये ताड़ना ही है फरीदा जे तू अकल लतीफ काले लिखना लेख आप नड़े गरीबान में सिर नीमा कर देख। अंदर ध्यान दे के देख की कर रहा तू, ये ताड़ना ही सन। और जदों जदों असी गुरु के शब्द राही इसनों ताड़ना करांगे ना, तो जो ताड़ के ये मन जो काबू में आएगा, फिर वेखांगे भी कित्थे क पहुँच गया साडा मन, साडे अंदर दे ख्यालात किदां दे बन गए ने, अंदर दे विचार किदां दा, किस अवस्था में साडा मन है। क्योंकि ये तो गुरबाणी राही सानू समझ लैनी पैनी है भी साडे मन की हालत या मन की दशा की है। सानू होर कोई नहीं दस सकता ये हालत। या तो सब तो ज़्यादा पता सानू अपने आप नू होएगा, या फिर गुरबाणी जदों सानू अपने आप नू ना पता चले भी साडे मन की हालत की है, मन की दशा की, फिर मैं बेनती करदा फिर गुरबाणी का सहज पाठ करो। उत्थे फिर जो सहज पाठ करदियां थोड़े मन की हालत बारे विचार आएंगे भी मन की हालत की है, मन कित्थे खलोता होया, मन किहड़ी कैटागरी च पहुँच गया। असंख जप असंख पाओ असंख पूजा असंख तब ताओ वाली क्रिया च लग्या होया, या असंख मूर्ख अंधकोर असंख चोर हराम खोर वाली अवस्था जी रहा है। किहड़ी अवस्था जी रहा है, ये असी अपने आप परचोल कर सकते हैं। बस सावधानी की लोड़ है, एकाग्रता की लोड़ है, अपने मन तक पहुँचने की लोड़ है, उसनू समझण की लोड़ है। मन की है, मन की एक्टिविटी की है, मन किधर किधर जा रहा, किहड़े किहड़े कामां विच लैके जा रहा, साडा ध्यान किधर जा रहा सारा, क्योंकि मन करके ही हो रहा सारा कुछ। जदों असी इस ढंग दे नाल गुरबाणी पढ़ांगे, मन की अवस्था नू चैक करांगे, फिर सानू पता चलेगा कि मन तां उस निरंकार दे नाम तो बहुत दूर है। इस करके सतगुरु ने कहा कि इस मन को कोई खोजो भाई, भाई इस मन की खोज कर। ताई गुरु साहब ने कहा कि बंदे खोज दिल हर रोज, ना फिर परेशानी माहे ए जो दुनिया शेर मेला दस्तगीरी ना। खोज कर अंदर दी, मन की खोज कर, क्योंकि मन की जिहड़ी खोज है वो बड़ी लाजमी है। इस मन को खोजना बड़ा जरूरी है, मन को खोजना। इस करके भगत जी कहते जिहड़ा मन नू खोजदा है, मन नू जदों ताड़ना करके और फिर जो कसवटी ला के वेखदा पड़ताल करदा है, जिवें सुनियारा कुठारी विच सोना पांदा है ना, तो जदों कुठारी नू घुमाउंदा है ना, तो वह पड़ताल करता रहिंदा है, वो चैक करता रहिंदा है भी सोना शुद्ध होया कि नहीं होया। तुसीं कदी जिहड़े लोग दुध खरीदते हैं ना, डेयरी वाले जिहड़े हुंदे ने, वो फैट कटदे ने। हुण तो चलो इलैक्ट्रॉनिक मशीनां आ गई, पुरातन समा सी जदों हत्थ नाल चक्की घुमाई जाए तां फैट निकलदे सन। तो वो पहला घुमाते सन तेज, फिर देखते सन भी उहदे विच कित्ते फैट आ रहे कि नहीं आ रहे। जे लोड़ पैंदी सी फिर दोबारा घुमाते सन भी जे घट रह गया, अजे गल बनी नहीं। उस गल ते ये जिहड़ा दुध सी नहीं पहुँचा जो फैट नू चैक कर सके, उसकी ग्राविटी चैक कर सके, फिर दोबारा घुमाते सन, उन्होंने बड़ी तेज तेज घुमाते सन। इस तरह ही सुनियारा कुठारी नू घुमाउंदा है, जब तक सोना शुद्ध नहीं हुंदा उदों तक कुठारी नू घुमांदा रहिंदा है। और उहदे कोल एक कसवटी है कि जदों सोना शुद्ध हो जाता है फिर उसकी कुठारी अपने आप रुक जाती है। जदों साडा मन शुद्ध हो गया, मन निर्मल हो गया, फिर ये मन टिक जाएगा। और जे मन नू ना आपां वरजिया, मन नू ना कंट्रोल किया, तो एक गल जीवन च याद रखियो, जे मन की मैल करके आपां कोई भी काम कर रहे हैं, गुरबाणी ने स्पष्ट कह दिता मन मैला सब किछ मैला तन धुत है मन अच्छा ना होए। जे तेरा मन मैला तेरे सारे काम मैले ने, तेरा दान पुण्य पाठ पूजा धर्म कर्म सब ही मैला है, क्योंकि मन मैला करके कर रहे। तन धो भी लिया, तीर्थां ते जाके स्नान भी कर लिया, तन धोता है, मन अच्छा ना होए, तन धोने दे नाल तां मन निर्मल नहीं होने लग्या।
ਵੀ ਕੋਈ ਕਵੇ ਮੈਂ ਤਾਂ ਸਰੋਵਰ ਦੇ 'ਚ ਇਸ਼ਨਾਨ ਕਰਕੇ ਆਇਆ, ਕੋਈ ਆਖੇ ਮੈਂ ਤਾਂ ਗੰਗਾ ਗਿਆ ਸੀ, ਕੋਈ ਗਿਆ ਸੀ ਮੈਂ ਫਲਾਣੀ ਥਾਂ 'ਤੇ ਗਿਆ ਸੀ। ਤਨ ਧੋਣ ਦੇ ਨਾਲ ਮਨ ਨਿਰਮਲ ਨਹੀਂ ਹੁੰਦਾ। ਇਸ ਕਰਕੇ ਭਗਤ ਜੀ ਕਹਿੰਦੇ ਨੇ ਕਿ ਜੋ ਮਨੁੱਖ ਮੁੜ ਮੁੜ ਕੇ ਮਨ ਨੂੰ ਮਾਰਦਾ ਹੈ, ਭਾਵ ਮਨ ਨੂੰ ਤਾੜਨਾ ਕਰਦਾ ਹੈ, ਫਿਰ ਇਸ ਮਨ ਦੀ ਜਾਂਚ ਪੜਤਾਲ ਕਰਦਾ ਰਹਿੰਦਾ ਹੈ ਵੀ ਇਹ ਕਿੱਥੇ ਪਹੁੰਚ ਗਿਆ, ਵੀ ਥੋੜ੍ਹਾ ਬਹੁਤ ਅੱਗੇ ਵਧਿਆ। ਸਾਡੇ ਜੀਵਨ 'ਚ ਖੋੜ ਖਤਮ ਹੋਈ, ਕਿਵੇਂ ਪੜਤਾਲਾਂਗੇ ਮਨ ਨੂੰ? ਝੂਠ ਬੋਲਣਾ ਛੱਡ ਦਿੱਤਾ, ਸਮਝ ਲਓ ਮਨ ਅੱਗੇ ਵਧ ਗਿਆ। ਨਿੰਦਾ ਕਰਨੀ ਛੱਡ ਦਿੱਤੀ, ਸਮਝ ਲਓ ਮਨ ਅੱਗੇ ਵਧ ਗਿਆ। ਬੁਰਾ ਕਰਨਾ ਛੱਡਤਾ, ਸਮਝ ਲਓ ਮਨ ਅੱਗੇ ਵਧ ਗਿਆ। ਈਰਖਾ ਕਰਨੀ ਛੱਡ ਦਿੱਤੀ, ਮਨ ਅੱਗੇ ਵਧ ਗਿਆ। ਜੇ ਸਭ ਕੁਝ ਕਰ ਰਹੇ ਹਾਂ ਤਾਂ ਮਨ ਅੱਗੇ ਨਹੀਂ ਵਧਿਆ, ਮਨ ਅੱਗੇ ਨਹੀਂ ਵਧਿਆ, ਉੱਥੇ ਹੀ ਖਲੋਤਾ ਹੈ। ਜੇ 50 ਸਾਲ ਤੋਂ ਮੈਂ ਗੁਰਦੁਆਰੇ ਆ ਰਿਹਾ, ਅੱਜ ਵੀ ਨਿੰਦਾ ਕਰ ਰਿਹਾ, ਚੁਗਲੀ ਕਰ ਰਿਹਾ, ਬੁਰਾ ਮੰਗ ਰਿਹਾ, ਦੂਜੇ ਦਾ ਬੁਰਾ ਕਰ ਰਿਹਾ, ਝੂਠ ਗੱਲ ਤੋਂ ਬੋਲ ਰਿਹਾ, ਸਮਝ ਲੈਣਾ ਕਿ ਇਹਨਾਂ 50 ਸਾਲਾਂ ਦੇ ਵਿੱਚ ਮੇਰਾ ਮਨ ਉੱਥੇ ਹੀ ਖਲੋਤਾ ਹੋਇਆ ਹੈ, ਸਗੋਂ ਹੋਰ ਪਿੱਛੇ ਚਲਾ ਗਿਆ, ਗਾਹਾਂ ਨਹੀਂ ਗਿਆ, ਅੱਗੇ ਨਹੀਂ ਹੋਇਆ। ਪਰ ਇਹ ਕਸਵੱਟੀ ਲਾਵਾਂਗੇ ਤਾਂ ਹੀ ਨਾ। ਪਰ ਅਸੀਂ ਤਾਂ ਗੁਰਦੁਆਰਾ ਮੱਥਾ ਟੇਕਣ ਨੂੰ ਬਣਾਇਆ, ਮੱਥਾ ਟੇਕ ਲਿਆ ਧਰਮ ਹੋ ਗਿਆ ਬਸ। ਗੁਰਦੁਆਰਾ ਕਸਵੱਟੀ ਲਾਉਣ ਵਾਸਤੇ ਥੋੜ੍ਹੀ ਹੈ। ਗੁਰੂ ਦਾ ਸ਼ਬਦ ਤਾਂ ਲਾਵਾਂ ਕਰਾਉਣ ਵਾਸਤੇ ਹੈ, ਉਠਾਲਾ ਕਰਾਉਣ ਵਾਸਤੇ ਹੈ। ਇਹ ਜੀਵਨ ਜਾਚ ਥੋੜ੍ਹੀ ਹੈ। ਸਾਡੇ ਵਾਸਤੇ ਤਾਂ ਜੀਵਨ ਜਾਚ ਹੈ ਹੀ ਨਹੀਂ ਹੈ। ਅਸੀਂ ਕਿੱਥੇ ਪਹੁੰਚ ਗਏ? ਗੁਰੂ ਨਾਨਕ ਪਾਤਸ਼ਾਹ ਇਸ ਮਿਸ਼ਨ ਨੂੰ ਲੈ ਕੇ ਕਿਸ ਇਰਾਦੇ ਨਾਲ ਸ਼ੁਰੂ ਕੀਤਾ ਸੀ? ਅਸੀਂ ਉਸੇ ਕਰਮਕਾਂਡੀ ਵਿਚਾਰਧਾਰਾ ਵਿੱਚ ਜੀ ਰਹੇ ਹਾਂ, ਜੋ ਵੇਦਾਂ ਸ਼ਾਸਤਰਾਂ ਵਿੱਚ ਲਿਖੀ ਹੋਈ ਵਿਚਾਰਧਾਰਾ, ਉਸ ਦੇ ਰਾਹੀਂ ਜੋ ਕਰਮਕਾਂਡ ਮੰਤਰ ਪੂਜਾ, ਉਹੀ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ 101 ਅਖੰਡ ਪਾਠ ਦੀਆਂ ਲੜੀਆਂ ਚੱਲ ਰਹੀਆਂ ਨੇ। ਹੁਣ ਇੱਕ ਕਿਸੇ ਗ੍ਰੰਥੀ ਸਿੰਘ ਦਾ ਫੋਨ ਹੈ, ਮੈਨੂੰ ਕਹਿੰਦੇ ਵੀ ਸਾਡੇ ਗੁਰਦੁਆਰੇ ਸੰਪਟ ਪਾਠ ਚੱਲ ਰਿਹਾ, ਦਰਸ਼ਨ ਦਿਓ। ਮੈਂ ਕਿਹਾ ਸੰਪਟ ਕੀ ਹੁੰਦਾ ਹੈ? ਕਹਿੰਦੇ ਸੰਪਟ ਲਾ ਕੇ ਬਾਬੇ ਆਏ ਹੋਏ ਨੇ, ਪਾਠ ਚੱਲ ਰਿਹਾ, ਤੁਸੀਂ ਵੀ ਆਇਓ। ਮੈਂ ਕਿਹਾ ਸੰਪਟ ਦੇਖੋ, ਸੰਪਟ ਆਪਣੇ ਕੋਲੋਂ ਕੋਈ ਪੰਕਤੀ ਚੁਣ ਕੇ ਬਾਰ-ਬਾਰ ਉਹ ਬੋਲੀ ਜਾਣੀ, ਗੁਰੂ ਸਾਹਿਬ ਨੇ ਲਿਖੀ ਨਹੀਂ ਉੱਥੇ। ਕੋਈ ਵੀ ਪੰਕਤੀ ਚੁਣ ਲੈਣੀ ਕਿ ਉਹ ਪੂਰੇ ਗੁਰੂ ਗ੍ਰੰਥ ਸਾਹਿਬ ਜਿੱਥੇ ਨਾਨਕ ਅੱਖਰ ਆਏਗਾ, ਕਬੀਰ ਅੱਖਰ ਆਏਗਾ, ਉੱਥੇ ਉਹ ਪੰਕਤੀ ਬੋਲਣੀ। ਸੰਪਟ ਲਾ ਕੇ ਜੀ ਪਾਠ ਕੀਤਾ ਜਾ ਰਿਹਾ, ਤੁਸੀਂ ਵੀ ਆਇਓ। ਪ੍ਰਚਾਰ ਨਹੀਂ ਕੀਤਾ ਜਾ ਰਿਹਾ, ਸੰਪਟ ਪਾਠ ਕੀਤਾ ਜਾ ਰਿਹਾ, ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ। ਫਿਰ ਸੰਪਟ ਪਾਠ ਦੀ ਭੇਟਾ ਮੈਂ ਪੁੱਛਿਆ ਕਿੰਨੀ? 1.5 ਲੱਖ ਰੁਪਏ। ਕਿੰਨੀ ਭੇਟਾ ਜੀ? 1.5 ਲੱਖ ਰੁਪਏ। ਸੰਪਟ ਪਾਠ ਥੋੜ੍ਹੀ ਹੋ ਰਿਹਾ, ਕਿਤੇ ਘਰ ਲੁੱਟਣ ਵਾਲਾ ਪਾਠ ਹੋ ਰਿਹਾ। ਘਰ ਨੂੰ ਲੁੱਟ ਲਓ ਕਿਸੇ ਦੇ। ਅਗਲਾ ਜਿਹੜਾ ਕੋਈ ਪਰੇਸ਼ਾਨ ਹੋਏਗਾ, ਦੁਖੀ ਹੋਏਗਾ, ਉਹਨੂੰ ਕਿਹਾ ਬਾਬੇ ਨੇ ਵੀ ਤੂੰ ਸੰਪਟ ਪਾਠ ਕਰਾ ਲੈ, ਤੇਰਾ ਦੁੱਖ ਦੂਰ ਹੋ ਜਾਏਗਾ। ਚਲੋ ਕਹਿੰਦੇ ਚਲੋ 1.5 ਲੱਖ ਹੋਰ ਸਹੀ, ਕੋਈ ਨਹੀਂ, ਕਿਤੇ ਘਰ ਦੇ ਵਿੱਚ ਸ਼ਾਂਤੀ ਆ ਜਾਏ, ਸੁੱਖ ਮਿਲ ਜਾਏ। ਸੁੱਖ ਤਾਂ ਬਾਣੀ ਨੂੰ ਵਿਚਾਰ ਕੇ ਮਿਲਣਾ ਹੈ। ਸੁੱਖ ਬਾਣੀ ਨੂੰ ਆਪਣੇ ਜੀਵਨ 'ਚ ਉਤਾਰ ਕੇ ਮਿਲਣਾ ਹੈ। ਮਾਫ਼ ਕਰ ਦੇਣਾ ਮੈਨੂੰ, ਮੈਂ ਸੱਚ ਕਹਿ ਰਿਹਾ, ਜਦੋਂ ਤੱਕ ਬਾਣੀ ਅੰਦਰ ਨਹੀਂ ਜਾਏਗੀ, ਚਿੰਤਾ ਨਹੀਂ ਮਿਟੇਗੀ। ਰੋਜ਼ ਪੜ੍ਹਦੇ ਹੋ ਬਚਨ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸਤਿਗੁਰੂ ਕਹਿੰਦੇ ਧੁਰ ਕੀ ਬਾਣੀ ਮੇਰੇ ਹਿਰਦੇ ਘਰ ਵਿੱਚ ਆ ਕੇ ਵਸ ਗਈ ਹੈ। ਜਦੋਂ ਹਿਰਦੇ ਘਰ ਵਿੱਚ ਵਸੀ ਤਾਂ ਮੇਰੀ ਸਾਰੀ ਚਿੰਤਾ ਇਸ ਬਾਣੀ ਨੇ ਦੂਰ ਕਰ ਦਿੱਤੀ। ਬਾਣੀ ਅੰਦਰ ਵਸੇਗੀ ਤਾਂ ਚਿੰਤਾ ਦੂਰ ਹੋਣੀ ਹੈ ਨਾ। ਅਸੀਂ ਫਰੀ ਵਿੱਚ ਚਿੰਤਾ ਦੂਰ ਕਰਾਉਣਾ ਚਾਹ ਰਹੇ ਆਪਣੇ ਆਪਣੇ ਢੰਗ ਨਾਲ। ਪੈਸੇ ਦੇ ਜ਼ੋਰ ਨਾਲ ਮੇਰੀ ਚਿੰਤਾ ਦੂਰ ਹੋ ਜਾਏ। ਚਿੰਤਾ ਵੱਧ ਸਕਦੀ ਹੈ ਸਿੱਖਾ, ਚਿੰਤਾ ਦੂਰ ਨਹੀਂ ਹੋਏਗੀ। ਤੇਰੇ ਕੋਲ ਠੀਕ ਹੈ 4 ਪੈਸੇ ਹੋਣਗੇ, ਪਰ ਤੂੰ ਚਿੰਤਾ ਹੋਰ ਵਧਾ ਲਏਗਾ। ਕਿਉਂਕਿ ਜਦੋਂ ਬਾਣੀ ਨੂੰ ਸਮਝਣਾ ਹੀ ਨਹੀਂ, ਬਾਣੀ ਨੂੰ ਵਿਚਾਰਨਾ ਹੀ ਨਹੀਂ। ਅੱਜ ਸਾਡੇ ਵਿੱਚ ਚੱਲ ਕੀ ਰਿਹਾ ਹੈ? ਅਸੀਂ ਕਿਹੜੇ ਪਾਸੇ ਤੁਰੇ ਹੋਏ ਹਾਂ? ਮਾਫ਼ ਕਰਨਾ ਮੈਨੂੰ, ਕਬੀਰ ਸਾਹਿਬ ਕੁਝ ਹੋਰ ਕਹਿਣਾ ਚਾਹ ਰਹੇ ਨੇ ਇੱਥੇ ਸ਼ਬਦ ਵਿੱਚ ਕਿ ਇਸ ਮਨ ਨੂੰ ਕੁੱਟ-ਕੁੱਟ ਕੇ ਬਾਰ-ਬਾਰ ਇਸ ਮਨ ਨੂੰ ਉਪਦੇਸ਼ ਕਰਕੇ ਜਾਂਚ ਪੜਤਾਲ ਕਰ ਵੀ ਕਿੱਥੇ ਤੇਰਾ ਮਨ। ਫਿਰ ਕਹਿਣ ਲੱਗੇ, ਕਹਿੰਦੇ ਇੱਥੇ ਹੀ ਬਸ ਨਹੀਂ, ਕਹਿੰਦੇ ਨੇ ਸੋ ਕੂਟਨ ਮੁਕਤ ਭੋ ਪਾਵੈ। ਕਹਿੰਦੇ ਉਹ ਆਪਣੇ ਮਨ ਨੂੰ ਕੁੱਟਣ ਵਾਲਾ, ਜਿਹੜਾ ਕੂਟਨ ਕਹਿੰਦੇ ਹੋ ਨਾ, ਜਿਹਨੂੰ ਤੁਸੀਂ ਠੱਗ ਕਹਿੰਦੇ ਹੋ, ਉਹ ਮੁਕਤੀ ਹਾਸਲ ਕਰ ਲੈਂਦਾ। ਤੁਸੀਂ ਉਹਨੂੰ ਠੱਗ ਕਹਿੰਦੇ ਹੋ, ਪਰ ਜੇ ਉਹ ਬੰਦਾ ਜਿਹਨੂੰ ਤੁਸੀਂ ਠੱਗ ਕਰ ਰਹੇ ਹੋ, ਜੇ ਉਹ ਆਪਣੇ ਮਨ ਨੂੰ ਕੁੱਟ ਲੈਂਦਾ ਹੈ ਤਾਂ ਉਹ ਮੁਕਤੀ ਹਾਸਲ ਕਰ ਲੈਂਦਾ ਹੈ। ਇਸ ਚਿੰਤਾ ਤੋਂ, ਇਹਨਾਂ ਝੋਰਿਆਂ ਤੋਂ, ਇਹਨਾਂ ਦੁੱਖਾਂ ਤੋਂ, ਮੇਰ ਤੇਰ ਤੋਂ, ਈਰਖਾ ਤੋਂ, ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਜਾਂਦਾ ਹੈ। ਸਿੱਖ ਦੀ ਮੁਕਤੀ ਇਹ ਹੈ। ਸਿੱਖ ਕੋਈ ਮਰਨ ਤੋਂ ਬਾਅਦ ਮੁਕਤੀ ਨਹੀਂ ਜੇ ਮੰਗਦਾ। ਨਾ ਸਾਡੀ ਮੁਕਤੀ ਇਹ ਹੈ ਕਿ ਇਹ ਸਰੀਰ ਛੁੱਟ ਜਾਏ, ਮੁਕਤੀ ਨਹੀਂ ਹੈ। ਕਿਉਂਕਿ ਸਰੀਰ ਛੁੱਟਣ ਦੇ ਨਾਲ ਸਾਡੇ ਵਿਕਾਰ ਤਾਂ ਨਹੀਂ ਛੁੱਟ ਜਾਣੇ। ਜੇ ਮਰ ਕੇ ਹੀ ਮੁਕਤੀ ਹੁੰਦੀ ਤਾਂ ਮਰਨ ਤੋਂ ਬਾਅਦ ਸਾਰੇ ਮੁਕਤ ਹੋ ਜਾਂਦੇ।
ਇਸ਼ਨਾਨ ਨਾਲ ਹੀ ਮੁਕਤੀ ਹੁੰਦੀ। ਤੇ ਭਗਤ ਕਬੀਰ ਸਾਹਿਬ ਕਹਿੰਦੇ ਜਲ ਕੈ ਮੱਜਨ ਜੇਗਤ ਹੋਵੇ, ਨਿਤ ਨਿਤ ਮੈਂਡੁਕ ਨਾਮੈ, ਜੈਸੇ ਮੈਂਡੁਕ ਤੈਸੇ ਓਏ ਨਰ ਫਿਰ ਫਿਰ ਜੋ ਨਹੀਂ ਆਵੈ। ਮਨੋ ਕਠੋਰ, ਜੇ ਗੁਰਦੁਆਰੇ ਮਰ ਕੇ ਕਿਸੇ ਨੂੰ ਮੁਕਤੀ ਮਿਲਦੀ ਮਾਫ ਕਰ ਦੇਣਾ। ਬੜੇ ਸਖਤ ਬਚਨ ਨੇ ਕਬੀਰ ਸਾਹਿਬ ਦੇ। ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਵਾਚਿਆ ਜਾਈ। ਮਨ ਦਾ ਕਠੋਰ ਹੋਵੇ, ਮੈਂ ਗੁਰਦੁਆਰੇ ਮਰ ਜਾਵਾਂ, ਨਰਕ ਤੋਂ ਥੋੜ੍ਹੀ ਬਚ ਸਕਦਾ ਹਾਂ। ਇਹ ਗੁਰਬਾਣੀ ਕਹਿ ਰਹੀ ਹੈ। ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਵਾਚਿਆ ਜਾਈ। ਹਰ ਕਾ ਸੰਤ ਮਰੈ ਹੜੰਬੈ, ਤਾਂ ਸਗਲੀ ਸੈਂਤਰਾਈ। ਹਰੀ ਦਾ ਸੰਤ ਹੋਵੇ ਮਗਰ ਦੀ ਸਰਾਪੀ ਧਰਤੀ ਤੇ ਜਾ ਕੇ ਮਰ ਜਾਏ, ਆਪ ਵੀ ਤਰਦਾ, ਹੋਰਨਾਂ ਨੂੰ ਵੀ ਤਾਰ ਲੈਂਦਾ। ਪਰ ਰੱਬ ਦਾ ਸੰਤ ਤਾਂ ਹੋਵੇ, ਰੱਬ ਦਾ ਪਿਆਰਾ ਹੋਵੇ। ਗੱਲ ਤਾਂ ਪਿਆਰੇ ਦੀ ਹੈ। ਇਸ ਕਰਕੇ ਭਗਤ ਜੀ ਕਹਿੰਦੇ ਮੇਰੇ ਮੁਤਾਬਿਕ ਕੂਟਨ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਠੱਗ, ਆਪਣੇ ਮਨ ਨੂੰ ਕੁੱਟਣ ਵਾਲਾ ਜਿਹੜਾ ਕੂਟਨ ਹੈ, ਜਿਹੜਾ ਮਨ ਨੂੰ ਬਾਰ-ਬਾਰ ਕੁੱਟਦਾ, ਉਹ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਜਾਂਦਾ ਹੈ। ਸੰਸਾਰ ਦੇ ਇਹਨਾਂ ਝਮੇਲਿਆਂ ਵਿੱਚੋਂ, ਮੇਰ ਤੇਰ ਵਿੱਚੋਂ, ਠੱਗੀ ਠੋਰੀ ਵਿੱਚੋਂ, ਉਹ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਜਾਂਦਾ ਹੈ। ਫਿਰ ਅਗਲੇ ਵਚਨ ਕੀਤੇ ਆਖਣ ਲੱਗੇ, ਕਹਿੰਦੇ ਨਾਚਨ ਸੋਏ ਜੋ ਮਨ ਸਿਉ ਨਾਚੈ, ਝੂਠ ਨ ਪਤੀਐ ਪਰਚੈ ਸਾਚੈ। ਤੁਸੀਂ ਨਾਚਨ, ਉਹਨੂੰ ਕਹਿੰਦੇ ਜਿਹੜਾ ਨੱਚਣ ਵਾਲਾ ਜਾਂ ਨੱਚਣ ਵਾਲੀ, ਜਿਵੇਂ ਆਪਾਂ ਕਹਿੰਦੇ ਕੰਜਰੀਆਂ। ਭਗਤ ਜੀ ਕਹਿੰਦੇ ਤੁਸੀਂ ਕੰਜਰੀਆਂ ਕਹਿੰਦੇ ਹੋ ਜਾਂ ਕੰਜਰ ਕਹਿੰਦੇ ਹੋ, ਨੱਚਣ ਵਾਲੇ ਨੂੰ ਆਖਦੇ ਹੋ। ਪਰ ਸਾਡੇ ਖਿਆਲ ਅਨੁਸਾਰ ਕਬੀਰ ਸਿੰਘ ਜੀ ਕਹਿੰਦੇ ਨੇ ਨਾਚਨ ਉਹ ਹੈ ਜੋ ਸਰੀਰ ਨਾਲ ਨਹੀਂ ਮਨ ਨਾਲ ਨੱਚਦਾ ਹੈ। ਸਰੀਰ ਦਾ ਨੱਚਣ ਵਾਲਾ ਨਹੀਂ, ਸਾਡੇ ਮੁਤਾਬਿਕ ਉਹ ਹੈ ਜਿਹੜਾ ਕਿ ਆਪਣੇ ਮਨ ਨਾਲ ਨੱਚਦਾ ਹੈ। ਆਓ ਕਿ ਮਨ ਦੀ ਅਵਸਥਾ ਨੂੰ ਚੈੱਕ ਕਰਦਾ। ਮਨ ਪ੍ਰਭੂ ਦੇ ਨਾਮ ਦੇ ਵਿੱਚ ਰੰਗ ਲੈਂਦਾ ਹੈ। ਦੇਖੋ ਨਾ, ਹਰ ਜਨ ਗੁਣ ਗਾਵਤ ਹਸਿਆ। ਹਰੀ ਦਾ ਜਨ ਉਹ ਹੈ ਜਿਹੜਾ ਪਰਮਾਤਮਾ ਦੇ ਗੁਣ ਗਾ ਕੇ ਉਹ ਹੱਸਦਾ, ਪ੍ਰਸੰਨ ਹੁੰਦਾ। ਜਦੋਂ ਗੁਣ ਗਾਉਂਦਾ ਬੜਾ ਖੁਸ਼ ਹੁੰਦਾ, ਰੱਬ ਦੀ ਬੰਦਗੀ ਕਰਦਾ, ਪਾਠ ਕਰਦਾ, ਬਾਣੀ ਪੜ੍ਹਦਾ, ਸਤਸੰਗ ਕਰਦਾ, ਬੜਾ ਪ੍ਰਸੰਨ ਹੁੰਦਾ, ਖੁਸ਼ੀ ਮਿਲਦੀ ਇਸ ਨੂੰ ਕਰਕੇ। ਇਹ ਹੈ ਕਿ ਨੱਚਣਾ ਇਹ ਹੈ ਮਨ ਦਾ। ਇੱਕ ਉਹ ਲੋਕ ਜਿਹੜੇ ਕਿ ਨੱਚ ਰਹੇ ਸਨ ਤਨ ਕਰਕੇ। ਕਬੀਰ ਸਾਹਿਬ ਕਹਿੰਦੇ ਮੇਰੇ ਮੁਤਾਬਿਕ ਨੱਚਣ ਉਹ ਨਹੀਂ ਜਿਹੜਾ ਤਨ ਕਰਕੇ ਨੱਚ ਰਿਹਾ, ਮੇਰੇ ਸਾਰੇ ਨੱਚਣ ਉਹ ਹੈ ਜਿਹੜਾ ਮਨ ਨਾਲ ਨੱਚ ਰਿਹਾ ਹੈ। ਤੇ ਝੂਠ ਨ ਪਤੀਐ ਪਰਚੈ ਸਾਚੈ, ਕਹਿੰਦੇ ਝੂਠ ਵਿੱਚ ਨਹੀਂ ਪਰਚਦਾ, ਸੱਚ ਨਾਲ ਪਤੀਦਾ। ਉਹ ਝੂਠ ਵਿੱਚ ਗਲਤਾਨ ਨਹੀਂ ਹੁੰਦਾ। ਕਈ ਵਾਰੀ ਨਾ ਬਾਣੀ ਜਦੋਂ ਸਾਨੂੰ ਮਹਾਰਾਜ ਨੇ ਬਖਸ਼ੀ ਨਾ, ਤਾਂ ਸਿੱਖ ਪਤਾ ਕਈ ਵਾਰ ਕਹਿੰਦੇ ਨੱਚਨ ਕੁੱਦਨ ਮਨ ਕਾ ਚਾਓ। ਇਸ ਪੰਕਤੀ ਨੂੰ ਅੱਗੇ ਰੱਖਣਗੇ ਵੀ ਗੁਰੂ ਸਾਹਿਬ ਨੇ ਲਿਖਿਆ ਵੀ ਨੱਚਨ ਕੁੱਦਨ ਮਨ ਕਾ ਚਾਓ। ਮੈਂ ਕਦੀ ਅਗਲੀ ਪੰਕਤੀ ਵੀ ਪੜ੍ਹ ਲਿਆ ਕਰੋ, ਗੁਰੂ ਨੇ ਲਿਖਿਆ ਕੀ ਹੈ। ਕੱਲੀ ਪੰਕਤੀ ਪੜ੍ਹ ਕੇ ਕਹਿੰਦੇ ਨੱਚਨ ਕੁੱਦਨ ਮਨ ਕਾ ਚਾਓ। ਪਰ ਮੈਂ ਕਹਿੰਦਾ ਨਾਨਕ ਜਿਨ ਮਨ ਭੋ ਤਿਨਾ ਮਨ ਭਾਓ। ਜਿਨ੍ਹਾਂ ਦੇ ਅੰਦਰ ਡਰ ਹੈ ਉਹਨਾਂ ਦੇ ਅੰਦਰ ਪ੍ਰੇਮ ਦਾ ਜਨਮ ਹੁੰਦਾ। ਤੇ ਪ੍ਰੇਮ ਹੀ ਨਹੀਂ ਤੇ ਇਹ ਜਿਹੜਾ ਤੁਸੀਂ ਕਰ ਰਹੇ ਹੋ ਨਾ, ਇਹ ਗੁਰੂ ਨੂੰ ਪ੍ਰਵਾਨ ਨਹੀਂ ਹੈ। ਤੁਸੀਂ ਤਾਂ ਮਨਮਰਜ਼ੀ ਕਰ ਰਹੇ ਹੋ ਨਾ, ਮਨਮਾਨੀ ਕਰ ਰਹੇ ਹੋ। ਮਨਮਾਨੀ ਗੁਰੂ ਨੂੰ ਪ੍ਰਵਾਨ ਨਹੀਂ। ਸਿੱਖ ਉਹੀ ਪ੍ਰਵਾਨ ਹੈ ਜਿਹੜਾ ਕਿ ਗੁਰੂ ਦੇ ਹੁਕਮ 'ਚ ਤੁਰਦਾ ਹੈ, ਗੁਰੂ ਦੀ ਚਾਲ ਚੱਲਦਾ ਹੈ, ਗੁਰੂ ਦੇ ਦਰਸਾਏ ਹੋਏ ਮਾਰਗ ਨੂੰ ਅਪਣਾਉਂਦਾ ਹੈ, ਉਹ ਸਿੱਖ ਹੈ। ਇਸ ਕਰਕੇ ਕਹਿਣ ਲੱਗੇ ਭਗਤ ਜੀ, ਕਹਿੰਦੇ ਝੂਠ ਨਾ ਭਤੀਜਾ, ਜਿਹੜਾ ਝੂਠ ਵਿੱਚ ਨਹੀਂ ਪਰਚਦਾ। ਤੇ ਕਹਿੰਦੇ ਪਰਚਾ ਸੱਚ ਹੈ, ਸੱਚੇ ਨਾਮ ਨਾਲ ਪਤੀਜਦਾ ਜਾਂਦਾ ਹੈ, ਅੰਦਰੋਂ ਤ੍ਰਿਪਤ ਹੋ ਜਾਂਦਾ ਹੈ। ਕਹਿੰਦੇ ਇਸ ਮਨ ਆਗੇ ਪੂਰੇ ਤਾਲ, ਇਸ ਨਾਚਨ ਕੇ ਮਨ ਰਖਵਾਲ। ਭਗਤ ਜੀ ਆਖਣ ਲੱਗੇ, ਕਹਿੰਦੇ ਮਨ ਨੂੰ ਆਤਮਿਕ ਉਮਾ ਵਿੱਚ ਲਿਆਉਂਦਾ ਹੈ ਔਰ ਉਸਦੇ ਵਾਰ-ਵਾਰ ਯਤਨ ਕਰਦਾ ਰਹਿੰਦਾ ਹੈ ਕਿ ਮਨ ਨੂੰ ਆਤਮਿਕ ਉਮਾ ਵਿੱਚ ਆਤਮਿਕ ਖੁਸ਼ੀ ਦੇਵਾਂ ਮਨ ਨੂੰ। ਦੇਖੋ ਨਾ, ਸਾਡਾ ਮਨ ਅੰਦਰੋਂ ਸੋਗੀ ਹੈ, ਤਨ ਰੋਗੀ ਹੈ। ਜਦੋਂ ਤੱਕ ਮਨ ਸੋਗੀ ਰਹੇਗਾ ਤਨ ਰੋਗੀ ਰਹੇਗਾ, ਜਦੋਂ ਤੱਕ ਮਨ ਚਿੰਤਾ ਤੋਂ ਰਹੇਗਾ ਤਨ ਰੋਗੀ ਰਹੇਗਾ। ਗੁਰੂ ਇਹੀ ਤਾਂ ਕਰਦਾ ਹੈ ਕਿ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਪਰਮੇਸ਼ਰ ਜਦੋਂ ਆਪਣੇ ਸਿੱਖ ਦੇ ਵਿਕਾਰਾਂ ਦੇ ਰਾਹ ਵਿੱਚ ਰੋਕ ਲਾ ਦਿੰਦਾ, ਵਿਕਾਰ ਅੰਦਰ ਨਹੀਂ ਜਾਣ ਦਿੰਦਾ, ਤੇ ਦੁੱਖ ਅਤੇ ਰੋਗ ਜਿਹੜਾ ਕਿ ਮਨ ਕਰਕੇ ਦੁਖੀ ਸੀ ਤੇ ਤਨ ਕਰਕੇ ਰੋਗੀ ਸੀ, ਉਹ ਡੇਰਾ ਬਣ ਗਿਆ ਸੀ ਅੰਦਰ। ਗੁਰੂ ਉਸ ਡੇਰੇ ਨੂੰ ਭੰਨ ਦਿੰਦਾ ਹੈ। ਜਦੋਂ ਮਾੜੇ ਖਿਆਲ ਜਾਣਗੇ ਹੀ ਨਹੀਂ
तो मन चिंता तुर नहीं होएगा तो तन रोगी नहीं होएगा। क्योंकि बहुती जिहड़ी बीमारियां ने ना वो मन दे चिंता करके होंदियां है। मन चिंतित होंदा है, बंदा बड़ी तो बड़ी बीमारी झेल लैंदा। इस करके बाबा फरीद जी कहने, फरीदा बुरे दा भला कर, गुस्सा मन ना हंडाए, देही रोग ना लगे पल्ले सब कुछ पाए। गुस्सा कर दे ना, दूजे का की बिगाड़ेगा, पर तू रोगी हो जाएगा। चिंता करता है ना, दूजे का की बिगाड़ेगा, रोगी हो जाएगा। छड़ दे चिंता, छड़ दे गुस्सा। बुरे किसी ने बुरा किया तो तू उसका भला कर। लोग कहते हैं क्यों करिए भला, उसने बुरा किया इसलिए बुराई करना है। नहीं, तू गुरु नानक का सिख है। एक विद्वान ने बड़ा सोहना लिखिया, कहते ने बुरियां नाल करन बुरियाई, बख्श देन कई सियाणे। कहते बुरियां नाल भलाई करनी, ये गुरु नानक की शान है। ये गुरु नानक की शान जे कि जिन्होंने बुरा किया, पत्थर मारे, उन्होंने भी गुरु नानक पातशाह ने भला किया। जिन्होंने पत्थर सट्टिया, गुरु साहब ने उन्होंने भी भला किया। जिन्होंने बूहे बंद कर ले, पिंड च नहीं जा, गुरु साहब ने उन्होंने भी भला किया। ये गुरु नानक के घर का सिद्धांत सिखो भी जिन्होंने गुरु का बुरा किया, गुरु किसी का बुरा नहीं करता। क्योंकि सतगुरु सबना का भला मनाएंदा, सतगुरु सारिਆਂ का भला करता है। तो इसका बुरा क्यों हो, इसका बुरा कौन किमें कर सकता, करेगा भी तो की कर लेगा। गुरु साहब ने उसनों बहुती तरजीह नहीं दी। असी तो गल ही उफड़ के बै जाने, फलाने मैनू ये कह दिता, मैनू गाल कट दी। नहीं सिखो, किसी ने कुछ कह दिता उसनों इग्नोर करके लंघ जाओ। क्योंकि जीवन दे विच कई बारी कोई गल जिन्हों असीं फड़ के बह जाते ना, वो साडे जीवन का दुख का मोड़ हुंदा है। उत्थों दुख की लीला शुरू हो जाती है। इस करके कई चीज़ां जीवन दे विच तुहानूं इग्नोर करके लंघना पेगा अगे। कबीर जी कहते ने कि वो मनुख असल दे विच मेरे मुताबिक नाचन नचन वाला वो नचार वो है जिहड़ा मन नूं आत्मिक उत्साह विच लियाउण दा यतन करदा रहिंदा है। ते अजे नचन दे मन दा राखा प्रभु आप बनता है। जिन्होंने लोग तुसी कहते हो नचन वाला ਜਾਂ नचन वाली, मेरे मुताबिक नचन वाला ਜਾਂ नचन वाली वो है जिहड़ा मन दे नाल नचदा है। पाओ कि तन नूं नचाना नचना नहीं है, अपने मन नूं नचाइए। ये मन नाचे गुरु के आगे। गुरु साहब ने कहा भी तेरा मन गुरु के अगे नचना चाहिए, गुरु के हुक्म में चलना चाहिए। नचना की है, गुरु ने कह दिता उठ, बस ये काम करना। एक भाई मेहा होया, गुरु साहब जी गुरु तेग बहादुर ने सेवा लाई भी तू पानी की सेवा करनी है। कहते 24 घंटिया के 22 घंटे गुरु के हुक्म में नचदा रहिंदा सी। सेवा तो मूँह नहीं मोड़िया। महाराज दसो कित्थे सेवा करा। महाराज कहते इत्थे चौबच्चे पानी पा दे, 7 बचन। संगत आई उन्होंने स्नान करा दे, लंगर च पानी मुक गया, महाराज 7 बचन। ये नचना है, गुरु साहब के हुक्म में नचना। सेवा लिए तत्पर रहना। महाराज दसो की सेवा करिए। असी तो 2 लाइटां जगा लत्तियां, बस थक गए थी, सेवा नहीं होंदी। हुण 2 पखे बंद करते थक गए असी। तो ये हालात ने अज दे भी दूजे नूं कहो हुण तुसीं, बाकी मेरी तो सेवा समाप्त हो गई, संपन्न हो गई इत्थे सेवा। वो खालसा जी सेवा वो तुसीं जितनी सेवा करोगे और जितना खुशी नाल करोगे उतना गुरु नानक तुहाडे हथ उठेगा। सेवा चाह नाल है। ये समझ के भी गुरु साहब ने कहा। मैनू कोई कहे नहीं काम करो, मैं 7 बचन क्यों, मैनू पता बंदा थोड़ी कह रहा, गुरु ने कहा। मैनू कई बार कई पूछते भी तुसीं थकदे नहीं सवेरे, कई बार देखते थानू, मैं कि थकना किहड़ी गल दा भी उत्थे कथा करके आए, उत्थे कथा की, उत्थे बोल के उत्थे फिर गुरुद्वारे सामने बोल रहे। मैं कि मैं समझना गुरु साहब जी बुलवा रहे ने, गुरु साहब जी सारा कुछ कर रहे हैं। जदों मैं करांगा उस वेले मैं थक जावांगा, तुसीं भी थक जाओगे। जो तुसीं करोगे, तुसीं सोचो मैं असीं कर रहे हैं, असीं गुरुद्वारे आए हैं, असीं ये कर रहे हैं, असीं वो काम, थक जाओगे। जदों कहोगे गुरु साहब लैके आए, गुरु साहब करा रहे हैं, थकान आ ही नहीं सकती। इस करके भगत जी कहन लगे, कहते उस मन का रखवारा अकाल पुरख वाहिगुरु आप बन जाता है। फिर कहन लगे बजारी सो जो बाजार है, सोद है 5 पलित है, को परबोध है। कहने तुसी बाजारी मस्करे नूं आखदे हो, पर बाजारी वो है जो अपने शरीर रूप बाजार नूं पड़तालदा रहिंदा। शरीर भी एक बाजार है। जिवें बाजार दे विच वख-वख वस्तुआं ने ना, अपने शरीर दे अंदर जाओगे इत्थे वख-वख ख्याल अंदर पे हुए ने। शरीर के अंदर कितना कुछ पिया होया है। सब तो बड़ा बाजार दुनिया का साडा शरीर है। जिस शरीर के अंदर तुसीं पड़ताल करो ना जाके,
मेरे मालक ने सब तो बड़ा बाजार। देखो ना तुसीं कितनी वड्डी फैक्ट्री लाई है। कभी विचार करो, जिहड़ी फैक्ट्री तुहाडे अंदर रब ने लाई है पाचन शक्ति वाली, साइंसदान कहते कि जे ये फैक्ट्री धरती ते लगानी पवे तो 8 तो 10 किलोमीटर विच फैक्ट्री लगे तां भी जो ये रोटी तो खून नहीं बना सकती, रोटी तो खून पैदा नहीं कर सकती जिहड़ी फैक्ट्री अंदर चल रही है। कितनी वड्डी फैक्ट्री काम कर रही है भी 8-10 किलोमीटर विच फैक्ट्री लाई जाए, रोटी तो लहू बनाया जाए, लहू नहीं बन सकता। फिर भी इतना सारा कुछ इंतजाम किया जाए, साइंस इतना कुछ इंतजाम करे, इतनी लंबी फैक्ट्री लग जानी। रब ने एक छोटे जे शरीर में एड्डी वड्डी फैक्ट्री ला के फिट कर दी। तुसीं जिहड़ी चीज़ खांदे सारी पच जाती है, उहदे विचों भी पचदी नहीं। खून अलग, मिज अलग, रगत अलग, लहू अलग, बिंद अलग, सारी चीज़ां अलग। कितना बड़ा सिस्टम लाया अकाल पुरख वाहिगुरू ने, कभी विचार करके वेख्या करो। भगत जी कहते हैं बाजारी वो कहते जो अपने अंदर शरीर के बाजार नूं सोधदा है, 5 पलीतै को प्रबोधै, ते 5 बिगड़े हुए जिहड़े ज्ञान इंद्रिय ने उन्होंने जगाउंदा है, प्रबोधदा रहिंदा है भी इंद्रियां नूं समझाउंदा है। ज्ञान इंद्रियां नूं जो सानू ज्ञान देंदे ने, अखां ज्ञान देंदियां, कन्न ज्ञान देंदे ने, नासका ज्ञान देंदी है, जिहवा ज्ञान देंदी है, चमड़ी ज्ञान देंदी है। इन्हां ज्ञान इंद्रियां नूं वो प्रबोधदा रहिंदा है, समझांदा रहिंदा है। फिर कहन लगे नो नायक की भगत पछानै, सो बाजारी हम गुर माने। आखन लगे नोखंड धरती के मालक प्रभु की बंदगी करन दी जाच सिखदा है। नो नायक का अर्थ है जिहड़ा नोखंड पृथ्वी का मालक अकाल पुरख वाहिगुरू है, कि भगत पछाने उसकी भगती करन दी जाच सिखदा है। सो बाजारी हम गुर माने। भगत जी कहन लगे मेरे मुताबिक वो बाजारी है, बड़ा श्रेष्ठ मनुख मैं मनदा हाँ उसनूं। गुर दा अर्थ इत्थे गुरु नहीं है, गुर दा अर्थ है बड़ा। गुरबाणी दे विच गुर अखर गगे नूं औंकड़ ते रारा वो बड़े वास्ते आउंदा है। जिवें जप मन गुर गोपाल परसोई। गुर दा अर्थ है गुरु, गोपाल दा अर्थ धरती का पालनहार। गुर दा अर्थ है बड़ा। गुर दा अर्थ की है गुर बड़ा। गोपाल अर्थ है बड़ा गोपाल जिहड़ा सारी धरती तो पालनहार। इत्थे भी गुर दा अखर है बड़ा। कहंदे ओ मनुख बड़ा है, हम गुर माने। असीं उहनूं बड़ा मनुख मनदे हाँ जिहड़ा मनुख अपने अंदर दी पड़ताल करदा रहिंदा है, जिहड़ा शरीर दे बाजार नूं अंदर परचोलदा रहिंदा भी मेरे शरीर दे अंदर की कुछ पिया, रब ने की कुछ पाया, अंदर दी पड़ताल करदा, अपने जीवन नूं पड़तालदा है। किहड़ी किहड़ी वस्तुआं अंदर पईआं ने, किहड़ियां होणीआं चाहीदियां, किहड़ियां नहीं होणीआं चाहीदियां। देखो ना तुसीं बाजार 'च जाओ, जिहड़े लोग बाजार सजाते हैं वो देखते हैं भी किहड़ियां चीज़ां अगे रखनियां, किहड़ियां पिछे रखनियां। जिहड़े सानू प्रभावित करदियां वो चीज़ां अगे हुंदियां। हर दुकानदार वधिया सूट अगे लाएगा, माड़ा माल अंदर बड़ा पिया होएगा, पर सोहना सूट, सोहनी शर्ट, सोहनियां चीज़ां अगे लांदा है सजा सजा के। इस तरह शुभ गुण अपने जीवन च सजाइए। फिर कहन लगे तस्कर सोए जे तात ना करे। तस्कर तुसीं कहंदे चोर नूं, कबीर साहब कहन लगे तुसीं तस्कर चोर नूं आखदे हो, पर तस्कर वो है जो तात ना करे। तात का अर्थ है ईरखा नूं अपने मन विचों चुरा लै जांदा है, वो चोर है। जिहड़ा कि ईरखा ही चुरा रही अपने मन चो, ईरखा चुरा के लै गया, वो चोर है मेरे मुताबिक। कबीर साहब कहंदे तुसीं चोर कहंदे हो कि जिहड़ा बंदा किसी दी कोई चोरी करदा है, पर मेरे मुताबिक तस्कर वो है जिहड़े अपने मन विचों ईरखा दी चोरी कर लैंदा है, अपने मन की ईरखा समाप्त कर लेंदा। ईरखा समाप्त किवें होएगी? गुरुद्वारे आइए, सत्संगत विच बैठिए। गुरु साहब कहते ने विसर गई सब तात पराई, जब ते साध संगत मोह पाई, ना को वैरी नहीं बिगाना, सगल संग हमको बने आई। विसर गई सब तात पराई, पराई तात ईरखा विसर गई जीवन चो। कदों? जो सत्संगत विच आए, सत्संगत की तो फिर जीवन च पराई तात ही नहीं रही। ईरखा किहदे नाल करोगे? जब समझ आ गई भी ये सब कुदरत के बंदे ने ना। अवल अल्लाह नूर उपाया, कुदरत के सब बंदे, एक नूर ते सब जग उपजया, कौन भले को मंदे। किहदे नाल ईरखा करोगे? ये सारे कुदरत के बंदे ने। कोई चंगा कर रहा, माड़ा कर रहा, कर कुदरत के बंदे ही रहे ने। करा कौन रहा? अकाल पुरख वाहिगुरू। जदों ये गल समझ ही आ गई ना, फिर किसी नाल ईरखा नहीं। कहने मेरे मुताबिक चोर वो है जिहड़ा अपने अंदर दी ईरखा नूं चुरा लैंदा है। ते आखन लगे कहंदे इंद्री कै जतन नाम उचरै, ते जो इंद्रियां नूं वस विच करके
ਪ੍ਰਭੂ ਦਾ ਨਾਮ ਸਿਮਰਦਾ ਹੈ। ਭਾਵ ਕਿ ਯਤਨ ਕਰਦਾ ਹੈ ਇੰਦਰੀਆਂ ਨੂੰ ਵਸ ਕਰਨ ਦਾ, ਵਸ ਕਰਕੇ ਇੰਦਰੀਆਂ ਨੂੰ ਨਾਮ ਉਚਾਰਨ ਕਰਦਾ ਹੈ। ਕਹੋ ਕਬੀਰ ਹਮ ਐਸੇ ਲਖਨ, ਧੰਨ ਗੁਰਦੇਵ ਅਤ ਰੂਪ ਵਿਚਖਣ। ਭਗਤ ਕਬੀਰ ਸਾਹਿਬ ਇੱਥੇ ਕਹਿਣ ਲੱਗੇ, ਕਹਿੰਦੇ ਨੇ, ਹੇ ਕਬੀਰ, ਜਿਸ ਦੀ ਬਰਕਤ ਨਾਲ ਮੈਂ ਇਹ ਲਕਸ਼ਣ ਗੁਣ ਪ੍ਰਾਪਤ ਕੀਤੇ ਹਨ, ਮੇਰਾ ਉਹ ਗੁਰੂ ਸੋਹਣਾ ਸਿਆਣਾ ਹੈ ਅਤੇ ਧਨਤਾ ਦੇ ਯੋਗ ਹੈ, ਜਿਹਦੀ ਸੰਗਤ ਵਿੱਚੋਂ ਮੈਂ ਇਹਨਾਂ ਅੱਖਰਾਂ ਨੂੰ ਇਸ ਰੂਪ ਵਿੱਚ ਦੇਖਦਾ ਹਾਂ। ਲੋਕ ਮਾੜਾ ਕਹਿੰਦੇ ਨੇ ਉਹਨਾਂ ਅੱਖਰਾਂ ਨੂੰ, ਜਾਂ ਜਿਨ੍ਹਾਂ ਨਾਲ ਉਹ ਅੱਖਰ ਜੁੜੇ ਨੇ ਉਹਨਾਂ ਨੂੰ ਮਾੜਾ ਕਹਿੰਦੇ ਨੇ। ਇਹ ਜ਼ਰੂਰੀ ਨਹੀਂ ਕਿ ਇੱਕ ਬੰਦੇ ਨੇ ਕਦੀ ਚੋਰੀ ਕੀਤੀ ਅਤੇ ਨਾਮ ਚੋਰ ਪੈ ਗਿਆ, ਤਾਂ ਜ਼ਰੂਰੀ ਨਹੀਂ ਕਿ ਪੂਰੀ ਜ਼ਿੰਦਗੀ 'ਚ ਭੂਮੀਆਂ ਚੋਰ ਸੀ, ਗੁਰੂ ਸਾਹਿਬ ਦੀ ਸੰਗਤ ਕਰਕੇ ਉਹ ਇਨਸਾਨ ਬਣ ਗਿਆ। ਸੱਜਣ ਠੱਗ ਸੀ, ਠੱਗੀ ਛੱਡ ਗਿਆ ਜੀਵਨ ਵਿੱਚੋਂ। ਦੇਖੋ ਨਾ ਤੁਸੀਂ, ਉਹਨੂੰ ਠੱਗੀ ਥੋੜ੍ਹੀ ਕਹੀ ਜਾਂਦੇ। ਇਹ ਗੱਲ ਵੱਖਰੀ, ਸਾਡੇ ਵਰਗੇ ਪ੍ਰਜਾ ਅੱਜ ਵੀ ਠੱਗ ਗਏ, ਸੱਜਣ ਠੱਗ। ਸੱਜਣ ਹੁਣ ਠੱਗ ਨਹੀਂ, ਉਹ ਤਾਂ ਸੱਜਣ ਬਣ ਗਿਆ ਸੀ। ਠੱਗ ਤਾਂ ਅਸੀਂ ਹਾਂ, ਉਹ ਠੱਗ ਥੋੜ੍ਹੀ ਸੀ, ਉਹਦੇ ਠੱਗੀ ਛੱਡ ਗਿਆ ਸੀ। ਇਸ ਕਰਕੇ ਕੋਈ ਅੱਖਰ ਕਿਸੇ ਨਾਲ ਜੁੜਿਆ ਤਾਂ ਭਗਤ ਕਬੀਰ ਸਾਹਿਬ ਕਹਿੰਦੇ, ਮੇਰੇ ਮੁਤਾਬਿਕ ਤਾਂ ਕਹਿੰਦੇ ਜਦੋਂ ਮੈਂ ਗੁਰੂ ਕੋਲ ਆਇਆ, ਗੁਰੂ ਨੇ ਮੈਨੂੰ ਇਹ ਗੁਣ ਬਖਸ਼ੇ ਅਤੇ ਇਹਨਾਂ ਗੁਣਾਂ ਦੀ ਬਰਕਤ ਦੇ ਨਾਲ ਕਹਿੰਦੇ ਮੈਂ ਸੋਹਣੇ ਗੁਰੂ ਨੂੰ ਧੰਨਤਾ ਜੋ ਕਹਿੰਦਾ, ਕਿਉਂਕਿ ਸੋਹਣੇ ਗੁਰੂ ਨੇ ਮੈਨੂੰ ਸੋਹਣੀ ਸਿੱਖਿਆ ਦੇ ਕੇ ਮੈਨੂੰ ਇਹ ਵਿਚਾਰ ਜਿਹੜੇ ਨੇ ਉਹ ਬਖਸ਼ੇ ਹਨ। ਇਸ ਢੰਗ ਦੇ ਨਾਲ ਮੈਂ ਇਹਨਾਂ ਲਫ਼ਜ਼ਾਂ ਨੂੰ ਵੱਖ ਵੱਖ ਅਰਥਾਂ ਵਿੱਚ ਵੇਖਦਾ ਹਾਂ। ਇਸ ਤਰ੍ਹਾਂ ਦੀ ਵਿਚਾਰ ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਬਦ ਵਿੱਚ ਸਾਡੇ ਸਾਹਮਣੇ ਰੱਖ ਰਹੇ ਹਨ। ਅੱਖਰ ਜਿਹੜੇ ਨੇ ਉਹ ਜ਼ਰੂਰੀ ਨਹੀਂ ਕੋਈ ਕਿਸੇ ਨਾਲ ਕੋਈ ਮਾੜਾ ਅੱਖਰ ਜੁੜ ਗਿਆ ਹੋਵੇ, ਕਦੀ ਕਿਸੇ ਨੇ ਚੋਰੀ ਕੀਤੀ ਹੋਵੇ, ਚੋਰ ਨਾਮ ਪੈ ਗਿਆ ਹੋਵੇ, ਠੱਗ ਨਾਮ ਪੈ ਗਿਆ ਹੋਵੇ, ਪਰ ਇਹ ਜ਼ਰੂਰੀ ਨਹੀਂ ਵੀ ਉਹ ਠੱਗੀ ਹੋਵੇ। ਪਤਾ ਨਹੀਂ ਗੁਰੂ ਨਾਨਕ ਕਦੋਂ ਤੋਂ ਉੱਠ ਕੇ ਸੱਜਣ ਠੱਗ ਵਰਗੇ ਨੂੰ ਸੱਜਣ ਬਣਾ ਦਿੱਤਾ ਹੋਵੇ, ਚੋਰ ਨੂੰ ਸਾਧ ਬਣਾ ਦਿੱਤਾ ਹੋਵੇ, ਭੂਮੀਆਂ ਵਰਗੇ ਨੂੰ। ਇਹ ਤਾਂ ਗੁਰੂ ਦਾ ਤਰਸ ਹੈ। ਬੇਦੀ ਚੰਦ ਵਰਗੇ ਚੋਰ ਨੂੰ ਗੁਰੂ ਸਾਹਿਬ ਨੇ ਸਾਧ ਬਣਾ ਦਿੱਤਾ ਹੋਵੇ, ਇਹ ਗੁਰੂ ਦੀ ਕਿਰਪਾਲਤਾ ਜੇ। ਇਸ ਕਰਕੇ ਕੋਈ ਨਾਮ ਕਿਸੇ ਨਾਲ ਜੁੜਿਆ ਹੋ ਸਕਦਾ 10 ਸਾਲ ਪਹਿਲਾਂ ਠੱਗੀ ਮਾਰਦਾ ਹੋਵੇ, ਹੁਣ ਛੱਡ ਗਿਆ ਹੋਵੇ, ਹੁਣ ਸੱਚਾ ਸੁੱਚਾ ਭਗਤ ਹੋ ਗਿਆ ਹੋਵੇ। ਬੰਦੇ ਦੀ ਅਵਸਥਾ ਚੇਂਜ ਹੁੰਦੀ ਰਹਿੰਦੀ ਹੈ। ਇਸ ਕਰਕੇ ਭਗਤ ਜੀ ਇਸ ਸ਼ਬਦ ਵਿੱਚ ਇਸ ਤਰ੍ਹਾਂ ਦੀ ਵਿਚਾਰ ਸਮਝਾ ਰਹੇ ਨੇ ਵੀ ਕਿਸੇ ਨਾਲ ਕੋਈ ਜਿਹੜਾ ਲਫ਼ਜ਼ ਜੁੜਿਆ ਨਾ, ਉਹਦੇ ਭਾਵ ਤੁਸੀਂ ਆਪਣੇ ਮੁਤਾਬਿਕ ਨਾ ਕੱਢੋ, ਉਹਦੇ ਭਾਵ ਦੂਜੇ ਵੀ ਲਏ ਜਾ ਸਕਦੇ ਹਨ, ਉਸ ਨਾਲ ਵੀ ਉਹਨੂੰ ਸਮਝਿਆ ਜਾ ਸਕਦਾ ਹੈ, ਜੀਵਨ ਜਾਚ ਸਿੱਖੀ ਜਾ ਸਕਦੀ ਹੈ। ਇਸ ਤਰ੍ਹਾਂ ਦੀ ਵਿਚਾਰ ਹੈ ਸ਼ਬਦ ਵਿੱਚ। ਸੋ ਇਤਨੇ ਬਚਨ ਪ੍ਰਵਾਨ। ਸਾਰਿਆਂ ਦਾ ਧੰਨਵਾਦ। ਫਤਿਹ ਦੀ ਸਾਂਝ ਕਰੋ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।